चौबई इम श्रावत कर प्रभु प्याणे जाए पहुँचे मधु सिंघाणे कोस अष्ट दस डेरा कियो संध्या समय आन तब भयो चौबई इम श्रावत कर प्रभु प्याणे वाहिगुरु जी का खालसा वाहिगुरु जी की फतेह। सतगुरां दी साजी नवाजी गुरु प्यारे गुरु सवारी साध संगत जीओ, जुगो जुग अटल गुरता गद्दी ते शभाएमान दसां पातशाहियां दी आत्मक जोत। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦਾ ਸਦਕਾ ਗੁਰੂ ਕੇ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸੰਧਿਆ ਦੇ ਦੀਵਾਨ ਦੇ ਵਿੱਚ ਗੁਰੂ ਕੀ ਬਾਣੀ ਦੇ ਕੀਰਤਨ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ, ਸਤਿਗੁਰੂ ਜੀ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਨੀਲੇ ਦੇ ਸ਼ਾਹ ਅਸਵਾਰ ਬਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਸਰਬੰਸਦਾਨੀ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਨੂੰ ਤਾਰ ਕੇ ਮਾਲਵੇ ਨੂੰ ਮਾਲੋ ਮਾਲ ਕਰਨ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦੇਸ਼ ਵੱਲ ਚਾਲਾਂ ਮਾਰਦੇ ਹਨ। ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਗੁਰੂ ਕੇ ਸਿੰਘ ਹਨ, ਭਾਈ ਡੱਲਾ ਸਿੰਘ, ਭਾਈ ਰਾਮ ਸਿੰਘ, ਭਾਈ ਕੇ ਚੱਕ ਵਾਲਾ। ਇਹ ਵੀ ਸਤਿਗੁਰੂ ਜੀ ਦੇ ਨਾਲ ਤਾਂ ਗਏ, ਪਰ ਪਿੱਛੇ ਆਪਾਂ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਕੇ ਘਰਾਂ ਦੇ ਮੋਹ ਕਰਕੇ ਰਾਤ ਨੂੰ ਇੱਕ ਰਾਤ ਪਹਿਲਾਂ ਸਰਸੇ ਤੋਂ ਭਾਈ ਡੱਲਾ ਸਿੰਘ ਭੱਜ ਆਇਆ ਕੁਝ ਸਾਥੀਆਂ ਨੂੰ ਲੈ ਕੇ, ਔਰ ਇਸੇ ਤਰ੍ਹਾਂ ਦੂਜੀ ਰਾਤ ਇਹ ਜਿਹੜਾ ਭਾਦੜੇ ਨਗਰ ਤੋਂ ਨਾਹਰ ਨਗਰ ਤੋਂ ਚੱਲਣ ਦੇ ਵੇਲੇ ਭਾਈ ਰਾਮ ਸਿੰਘ ਭਾਈ ਕੇ ਚੱਕ ਵਾਲਾ ਸੀ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਚੱਲ ਪਏ, ਹੌਲੀ ਕੁ ਦੇਣੇ ਅੱਖ ਬਚਾ ਕੇ ਕਿ ਹੁਣ ਤੇ ਸਾਰੇ ਚਲੇ ਗਏ ਹਨ, ਇਹ ਆਪਣੇ ਘੋੜੇ ਦੇ ਉੱਤੇ ਚੜ੍ਹ ਕੇ ਇਹ ਵਾਪਸ ਭੱਜ ਆਇਆ। ਕਿਸੇ ਸਿੰਘ ਨੇ ਜਾ ਕੇ ਸਤਿਗੁਰੂ ਸਾਹਿਬ ਜੀ ਨੂੰ ਦੱਸਿਆ, ਪਾਤਸ਼ਾਹ ਆਪ ਜੀ ਦਾ ਪਿਆਰਾ ਸਿੱਖ ਭਾਈ ਰਾਮ ਸਿੰਘ ਉਹ ਨਾਲ ਨਹੀਂ ਆ ਰਿਹਾ, ਸਗੋਂ ਘੋੜੇ ਤੇ ਚੜ੍ਹ ਕੇ ਪਿਛਾਂਹ ਨੂੰ ਮੁੜ ਗਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਭਾਈ ਡੱਲਾ ਸਿੰਘ ਨੂੰ ਔਰ ਭਾਈ ਰਾਮ ਸਿੰਘ ਨੂੰ ਇਹ ਵਚਨ ਕਰਕੇ ਲੈ ਕੇ ਆਏ ਸਨ ਕਿ ਭਾਈ ਸਾਡੇ ਨਾਲ ਦੱਖਣ ਵੱਲ ਚੱਲੋ, ਤੁਰਕਾਂ ਦਾ ਰਾਜ ਅਸੀਂ ਛੇਤੀ ਖਤਮ ਕਰ ਦੇਣਾ, ਔਰੰਗੇ ਦੀ ਮੌਤ ਤੋਂ ਪਿੱਛੋਂ ਰਾਜ ਰੌਲਾ ਪੈ ਜਾਣਾ, ਉਹਦੇ ਪੁੱਤਰਾਂ ਦੀ ਆਪਸੀ ਲੜਾਈ, ਤੇ ਅਸੀਂ ਰਾਜ ਭਾਗ ਦੇ ਉੱਤੇ ਆਪਣੇ ਸਿੱਖਾਂ ਨੂੰ ਬਿਠਾਉਣਾ ਚਾਹੁੰਦੇ ਹਾਂ, ਤੁਹਾਨੂੰ ਰਾਜ ਭਾਗ ਬਖਸ਼ ਦਿਆਂਗੇ। ਭਾਈ ਡੱਲਾ ਸਿੰਘ ਗੁਰੂ ਦੀ ਕਿਰਪਾ ਦਾ ਪਾਤਰ ਨਾ ਬਣ ਸਕਿਆ, ਵਾਪਸ ਭੱਜ ਗਿਆ। ਇਹ ਦੂਸਰੇ ਦਿਨ ਭਾਈ ਰਾਮ ਸਿੰਘ ਵੀ ਇਹ ਵੀ ਭੱਜ ਤੁਰਿਆ। ਸਤਿਗੁਰੂ ਜੀ ਪਿਆਰ ਬਹੁਤ ਕਰਦੇ ਸਨ, ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾਓ ਜਾ ਕੇ ਭਾਈ ਰਾਮ ਸਿੰਘ ਦੇ ਘੋੜੇ ਦੇ ਨਾਲ ਰਲ ਕੇ ਉਹ ਤੋਂ ਅੱਗੇ ਹੋ ਕੇ ਨਾ 3 ਲਕੀਰਾਂ ਖਿੱਚ ਕੇ ਉਹਨੂੰ ਕਹਿ ਦਿਓ ਤੈਨੂੰ ਗੁਰੂ ਦਾ ਵਾਸਤਾ ਹੈ, ਵਾਪਸ ਮੁੜਿਆ। ਇਵੇਂ ਸਿੱਖ ਨੇ ਕੀਤਾ, ਪਰ ਭਾਈ ਰਾਮ ਸਿੰਘ ਨੇ ਬਿਨਾਂ ਕਿਸੇ ਪ੍ਰਵਾਹ ਕੀਤਿਆਂ ਘਰ ਦੇ ਮੋਹ ਦੇ ਵਿੱਚ ਇੰਨੀਆਂ ਇਹਦੀਆਂ ਅੱਖਾਂ ਚੁੰਧਿਆ ਗਈਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਮੁੜ ਮੂੰਹ ਕਰਨ ਦਾ ਇਸ ਨੇ ਜ਼ਿਕਰ ਹੀ ਨਾ ਕੀਤਾ। ਇੰਨਾ ਹੌਸਲਾ ਹਾਰ ਬੈਠਾ, ਉਹ 3 ਲਕੀਰਾਂ ਵੀ ਟੱਪ ਗਿਆ। ਸਿੱਖ ਵਾਪਸ ਮਹਾਰਾਜ ਕੋਲੇ ਵਾਹੋ ਦਾ ਹੀ ਘੋੜਾ ਦੌੜਾ ਕੇ ਪਹੁੰਚਿਆ, ਸਤਿਗੁਰੂ ਨੂੰ ਸਾਰੀ ਗੱਲ ਦੱਸੀ। ਸਤਿਗੁਰੂ ਜੀ ਨੇ ਆਪਣਾ ਕਮਰ ਕੱਸਾ ਖੋਲ੍ਹਿਆ, ਕਹਿੰਦੇ ਭਾਈ ਸਾਡਾ ਆਹ ਰੁਮਾਲਾ ਕਮਰ ਕੱਸਾ ਲੈ ਜਾ ਕੇ ਭਾਈ ਰਾਮ ਸਿੰਘ ਦੇ ਘੋੜੇ ਦੇ ਅੱਗੇ ਵਿਛਾ ਦਈ ਤੇ ਉਹਨੂੰ ਕਹਿ ਦਈ ਇਹਨੂੰ ਗੁਰੂ ਕੀ ਦਸਤਾਰ ਹੀ ਸਮਝ, ਭਾਵ ਗੁਰੂ ਕੀ ਇੱਜ਼ਤ
ਦਸਤਾਰ ਪੱਗ ਜਿਹੜੀ ਇੱਜ਼ਤ ਆਣ ਦਾ ਪ੍ਰਤੀਕ ਹੈ। ਭਾਵ ਗੁਰੂ ਕੀ ਆਣ ਇੱਜ਼ਤ ਦਾ ਵਾਸਤਾ ਦੇ ਦਵੀਂ ਤੇ ਉਹ ਭਾਈ ਰਾਮ ਸਿੰਘ ਨੂੰ ਕਹੀਂ ਵਾਪਸ ਮੁੜਾ। ਸਿੱਖ ਪਹੁੰਚਿਆ, ਉਵੇਂ ਕੀਤਾ। ਪਰ ਭਾਈ ਰਾਮ ਸਿੰਘ ਉਹ ਕਹਿਣ ਲੱਗਾ, ਮੈਂ ਗੁਰੂ ਕੋਲੋਂ ਹੁਣ ਇੱਕ ਵਾਰ ਭੱਜ ਆਇਆ ਹਾਂ ਤੇ ਹੁਣ ਕਿਹੜੇ ਮੂੰਹ ਦੇ ਨਾਲ ਸਤਿਗੁਰੂ ਜੀ ਦੇ ਮੱਥੇ ਲੱਗਾ। ਬਾਕੀ ਮੇਰਾ ਘਰ ਬਿਨਾਂ ਸਰਦਾ ਨਹੀਂ, ਦੂਰ ਦੱਖਣ ਦੇਸ਼ ਜਾਣਾ ਹੈ, ਜਿਸ ਕਰਕੇ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ, ਸਤਿਗੁਰੂ ਜੀ ਦੇ ਨਾਲ ਨਹੀਂ ਜਾ ਸਕਦਾ। ਸਿੱਖ ਕਹਿੰਦਾ, ਭਾਈ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਹੀ ਲੈ ਆਉਂਦਾ, ਦੱਸ ਕੇ ਆ ਜਾਂਦਾ। ਤਾਂ ਇਸਨੇ ਆਖਿਆ ਕਿ ਮੈਂ ਤਾਂ ਇੱਥੋਂ ਹੀ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਇੱਥੋਂ ਹੀ ਮੱਥਾ ਟੇਕਿਆ, ਘੋੜੇ ਨੂੰ ਲਾਈ ਅੱਡੀ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਉਹ ਕਮਰ ਕਸੇ ਦੀ ਜਿਹੜੀ ਸਿੰਘ ਨੇ ਵਾਸਤਾ ਪਾਇਆ ਸੀ ਨਾ ਅੱਗੇ ਕਿ ਇਹ ਪੱਗ ਦੀ ਅਜ਼ਮਤ ਰੱਖ ਲੈ, ਉਹਦੀ ਬਿਨਾਂ ਪ੍ਰਵਾਹ ਕੀਤਿਆਂ ਆਪਣੇ ਘਰ ਨੂੰ ਦੌੜ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕੋਲ ਸਿੱਖ ਪਹੁੰਚਿਆ। ਸਤਿਗੁਰੂ ਜੀ ਨੇ ਸਹਿਜ ਸੁਭਾਅ ਬਚਨ ਕਰ ਦਿੱਤੇ ਵੀਰ ਰਸ ਦੇ ਵਿੱਚ ਆ ਕੇ। ਕਹਿੰਦੇ, ਭਾਈ ਚਾਹੇ ਭਾਈ ਡੱਲਾ ਸਿੰਘ ਹੈ, ਚਾਹੇ ਭਾਈ ਰਾਮ ਸਿੰਘ ਹੈ, ਚਾਹੇ ਜਿਹੜੇ ਹੋਰ ਭੱਜ ਕੇ ਗਏ ਆ ਨਾ, ਕਹਿੰਦੇ ਇਹਨਾਂ ਦਾ ਅੰਤ ਬੜਾ ਮਾੜਾ ਹੋਵੇਗਾ। ਬਹੁਤੀ ਦੇਰ ਨਹੀਂ, ਜਿਹੜੇ ਘਰਾਂ ਦੇ ਮੋਹ ਪਿੱਛੇ ਛੱਡ ਕੇ ਚਲੇ ਗਏ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਘਰਾਂ ਵਿੱਚ ਰਹਿਣਾ ਨਸੀਬ ਨਹੀਂ ਹੋਵੇਗਾ। ਕਮਲੇ ਹੋ ਕੇ ਮਰਨਗੇ, ਬਿਮਾਰ ਹੋ ਕੇ ਮਰਨਗੇ। ਸਤਿਗੁਰੂ ਜੀ ਦੇ ਬਚਨਾਂ ਮੁਤਾਬਕ ਭਾਈ ਰਾਮ ਸਿੰਘ ਜਿਸ ਵੇਲੇ ਘਰ ਪਹੁੰਚਦਾ, ਘਰ ਦੇ ਅੰਦਰ ਪ੍ਰਵੇਸ਼ ਹੁੰਦੇ ਹੀ ਬੌਰਾ ਹੋ ਗਿਆ, ਕਮਲਾ ਹੋ ਗਿਆ। ਇਹਦੇ ਭਰਾ ਫਤਿਹ ਸਿੰਘ ਨੇ ਇਹਨੂੰ ਫੜ ਕੇ ਘੋੜੇ ਤੋਂ ਲਾਹਿਆ। ਘਰ ਜਾ ਕੇ ਇਹ ਕੰਧਾਂ ਵਿੱਚ ਟੱਕਰਾਂ ਮਾਰਨ ਲੱਗ ਪਿਆ। ਘਰ ਦੇ ਫੜ ਕੇ ਰੱਖਦੇ ਆ, ਰੋਕਦੇ ਆ, ਵਰਜਦੇ ਆ, ਪਰ ਗੁਰੂ ਕਾ ਬਚਨ ਹੋ ਗਿਆ ਨਾ, ਇੱਕ ਸਾਧ ਬਚਨ ਅਟਲਾਦਾ, ਉਹ ਕਿੱਥੇ ਟਲੇਗਾ। ਇੱਥੇ ਸਤਿਗੁਰੂ ਦੇ ਬਚਨ ਕਮਾਉਣ ਵਿੱਚ ਸੁੱਖ ਹੈ। ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਰੱਬ ਦੇ ਪਿਆਰਿਆਂ ਦਾ, ਸਤਿਗੁਰੂ ਸਾਹਿਬ ਜੀ ਦਾ ਜਿਹੜਾ ਕੋਈ ਬਚਨ ਕਮਾ ਲਵੇ ਉਹ ਤਰ ਜਾਂਦਾ ਹੈ। ਪਰ ਇਹਨਾਂ ਤੋਂ ਬਚਨ ਕਮਾ ਨਹੀਂ ਹੋਇਆ। ਭਾਈ ਡੱਲਾ ਬਿਮਾਰ ਹੋ ਕੇ, ਸਰੀਰ ਕਮਜ਼ੋਰ ਹੋ ਕੇ ਚੜ੍ਹਾਈ ਕਰ ਗਿਆ। ਇਹਦਾ ਪੋਤਰਾ ਇੱਕ ਖੇਡਦੇ ਫਿਰਦੇ ਸੀ, ਦੋ ਬੱਚੇ, ਹੱਥ ਵਿੱਚ ਤੱਕਲਾ ਚੁੱਕ ਕੇ ਭੱਜਿਆ, ਦੂਜਾ ਉਹਦੇ ਪਿਛਾਂ ਉਹਨੂੰ ਫੜਨ ਵਾਸਤੇ ਭੱਜਿਆ। ਉਹਦੇ ਸੀਨੇ ਵਿੱਚੋਂ ਦੀ ਤੱਕਲਾ ਲੰਘ ਗਿਆ, ਉਹਦੀ ਮੌਕੇ 'ਤੇ ਮ੍ਰਿਤੂ ਹੋ ਗਈ। ਦੂਜਾ ਜਿਹੜਾ ਸੀ ਬਿਮਾਰੀ ਦੇ ਨਾਲ, ਸੀਤਲਾ ਦੀ ਬਿਮਾਰੀ ਹੋ ਗਈ, ਉਹ ਚੜ੍ਹਾਈ ਕਰ ਗਿਆ। ਦੋ ਪੋਤੇ ਗਏ ਇਹਦੇ, ਭਾਈ ਡੱਲਾ ਸਿੰਘ ਆਪ ਚਲੇ ਗਿਆ, ਪਰਿਵਾਰ ਚਲਿਆ ਗਿਆ। 1 ਮਹੀਨੇ ਬਾਅਦ ਭਾਈ ਰਾਮ ਸਿੰਘ ਕੰਧਾਂ ਵਿੱਚ ਟੱਕਰਾਂ ਮਾਰਦਾ ਮਾਰਦਾ ਇਸ ਜਹਾਨੋਂ ਕੂਚ ਕਰ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਜਾ ਰਹੇ ਹੈ। ਇੱਧਰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ, ਭਾਈ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਗੁਰੂ ਬਿਨਾਂ ਮੁਕਤੀ ਨਹੀਂ। ਜਿਹੜੇ ਛੱਡ ਕੇ ਚਲੇ ਗਏ ਉਹਨਾਂ ਦਾ ਆਹ ਹਾਲ ਹੁੰਦਾ ਹੈ। ਸੋ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਵੀ ਹਮੇਸ਼ਾ ਇਹ ਅਰਦਾਸਾਂ ਬੇਨਤੀਆਂ ਕਰਦੇ ਰਹੀਏ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਕਿਰਪਾ ਕਰਕੇ ਆਪਣੇ ਲੜ ਲਾਈ ਰੱਖੋ। ਨਹੀਂ ਤਾਂ ਸਾਡੇ ਮਨੁੱਖੀ ਮਨ ਦੀ ਦਸ਼ਾ ਇਹ ਹੈ, ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ। ਕਿਤੇ ਤਾਂ ਗੁਰੂ ਦੇ ਬਚਨਾਂ ਉੱਤੇ ਸਾਡੀ ਅਥਾਹ ਸ਼ਰਧਾ ਵੱਜ ਜਾਂਦੀ ਹੈ, ਦੂਜੇ ਪਾਲੀ ਥੋੜ੍ਹਾ ਜਿਹਾ ਪਾਸੇ ਹੁੰਨੇ ਆ, ਗੁਰੂ ਦਾ ਬਚਨ ਮਨੋਂ ਵਿਸਰਿਆ, ਦੁਨਿਆਵੀ ਰਸਾਂ ਕਸਾਂ ਵਿੱਚ ਇੰਨੇ ਗਲਤਾਨ ਸਾਨੂੰ ਗੁਰੂ ਭੁੱਲ ਜਾਂਦਾ। ਆਪਣੇ ਵਸ ਨਹੀਂ, ਗੁਰੂ ਦਾ ਬਚਨ ਹਰ ਵੇਲੇ ਕਮਾਉਂਦੇ ਰਹੀਏ। ਗੁਰੂ ਕਿਰਪਾ ਕਰੇ, ਗੁਰੂ ਬਖਸ਼ ਲਵੇ, ਤਾਂ ਸਿੱਖ ਸਤਿਗੁਰੂ ਦੀਆਂ ਕਸਵੱਟੀਆਂ ਤੇ ਪੂਰਾ ਉਤਰ ਸਕਦਾ ਹੈ। ਸੋ ਇਹ ਭਾਈ ਡੱਲਾ ਸਿੰਘ, ਭਾਈ ਰਾਮ ਸਿੰਘ ਬੜੇ ਅਨੰਨ ਸ਼ਰਧਾਲੂ ਸਨ। ਪਰ ਕਈ ਵਾਰ ਕੋਈ ਸਮਾਂ ਹੀ ਐਸਾ ਆ ਬਣਦਾ ਹੈ, ਕੋਈ ਪਿਛਲਾ ਕੀਤਾ ਹੋਇਆ ਕਰਮ ਐਸਾ ਅੱਗੇ ਆ ਜਾਂਦਾ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣਨੋਂ ਰਹਿ ਜਾਂਦੇ ਹਾਂ ਆਪਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਦਾਂ ਹੀ ਪੜਾਅ ਦਰ ਪੜਾਅ ਅਗਾਂਹ ਨੂੰ ਜਾ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਰੁਕੇ ਸਨ, ਉਸ ਜਗ੍ਹਾ ਤੋਂ ਅਗਾਂਹ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਚਾਲਾ ਮਾਰਦੇ ਆ, ਕਿਹੜੀ ਕਿਹੜੀ ਜਗ੍ਹਾ ਉੱਤੇ ਜਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ। ਆਓ ਇਤਿਹਾਸ ਦੀ ਕਥਾ ਨੂੰ ਅੱਗੇ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਚੌਪਈ। ਇਮ ਸਰਾਬਤ ਕਰ ਪ੍ਰਭੂ ਪਿਆਣੀ। ਇਸ ਪ੍ਰਕਾਰ ਬਚਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਿਆਨਾ ਕੀਤਾ, ਗਾਂ ਚਾਲਾ ਮਾਰਿਆ। ਜਾਏ ਪਹੁੰਚੇ ਮਧੂ ਸਿੰਘਾਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਮਧੂ ਸੰਘਾਣੇ ਪਹੁੰਚ ਗਏ। ਕੋਟ ਕੋਸ ਅਸ਼ਟ ਦਸ ਡੇਰਾ ਕੀਓ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 8 ਅਤੇ 10 ਭਾਵ 18 ਕੋ ਜਾ ਕੇ ਟਿਕਾਣਾ ਕੀਤਾ, ਪੜਾਓ ਕੀਤਾ। ਸੰਧਿਆ ਸਮੈ ਆਨ ਤਬ ਭਇਓ। ਸੰਧਿਆ ਦਾ ਸਮਾਂ ਹੋ ਗਿਆ, ਰਾਤ ਦਾ ਸ਼ਾਮ ਦਾ ਸਮਾਂ ਹੋ ਗਿਆ, ਦਿਨ ਢਲ ਗਿਆ। ਸ੍ਰੀ ਗੁਰ ਮਨ ਮੈਂ ਮਠਹਿਰਾਈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ। ਪਰਮ ਸਿੰਘ ਜੇ ਦੋਨੋਂ ਭਾਈ। ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਭਾਈ ਰੂਪ ਚੰਦ ਜੀ ਦੀ ਕੁਲ ਦੇ ਵਿੱਚੋਂ ਜਿਹੜੇ ਸਾਡੇ ਨਾਲ ਗੁਰੂ ਕੇ ਸਿੱਖ ਆਏ ਹਨ, ਕਿਉਂਕਿ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਪਰਿਵਾਰ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਰਪਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਨੰਨ ਸ਼ਰਧਾਲੂ ਸਤਿਗੁਰੂ ਜੀ ਇਹਨਾਂ ਬਾਰੇ ਸੋਚਦੇ ਹਨ, ਨਵ ਮੰਚ ਕਿਵੇਂ ਆਜ ਬਣਾਵੇ। ਕਿਉਂਕਿ ਇਹਨਾਂ ਦਾ ਪ੍ਰਣ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਹਨ। ਦੱਖਣ ਵੱਲ ਦਮਦਮਾ ਸਾਹਿਬ ਤੋਂ ਚੱਲ ਕੇ ਜਿੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਰਾਤ ਦਾ ਪੜਾਅ ਕਰਨਾ, ਉਸ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਨੇ ਪੈਦਲ ਜਾਂਦੇ ਤੇ ਪਲੰਘਾ ਤਿਆਰ ਕਰ ਦੇਣਾ। ਮਿਸਤਰੀ ਤਰਖਾਣ ਸਿੰਘ ਸੰਦ ਨਾਲ ਲਏ ਹੋਏ ਸੀ। ਰਸਤੇ ਵਿੱਚ ਜਾਂਦਿਆਂ ਸੁੱਕੇ ਦਰਖਤਾਂ ਨੂੰ ਦੇਖਦੇ ਜਾਂਦੇ, ਇਹਦੀ ਵਾਹੀ ਚੰਗੀ ਬਣ ਜਾਏਗੀ, ਇਹਦਾ ਸੇਰਵਾ ਇਹ ਪਾਵਾ ਚੰਗਾ ਬਣ ਜਾਵੇਗਾ। ਲੱਕੜ ਨਾਲ ਲੈ ਲੈਂਦੇ ਤੇ ਜਾਣਸਾਰ ਠੋਕ ਕੇ ਇਹ ਸਾਰਾ ਪਲੰਘਾ ਬਣਾ ਕੇ ਭਰ ਕੇ ਚੰਗੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਵਾਸਤੇ ਆਸਣ ਵਿਛਾ ਦਿੰਦੇ ਸਨ। ਸੋ ਸਤਿਗੁਰੂ ਜੀ ਸੋਚਦੇ ਐ ਵੀ ਅੱਜ ਅਸੀਂ ਮਜਲ ਬਹੁਤ ਲੰਮੀ ਕਰ ਲਈ, 18 ਕੋਹ ਦਾ ਪਿੰਡ ਆ ਤੇ ਦਿਨ ਦਾ ਵੀ ਛਪਾ ਹੋ ਗਿਆ। ਤੇ ਭਾਈ ਪਰਮ ਸਿੰਘ ਭਾਈ ਧਰਮ ਸਿੰਘ ਪਹਿਲਾਂ ਇਹਨਾਂ ਨੂੰ ਸਮਾਂ ਮਿਲ ਜਾਂਦਾ ਸੀ ਤੇ ਅੱਜ ਇਹ ਪਲੰਘਾ ਕਿਵੇਂ ਬਣਾ ਸਕਣਗੇ, ਨਵਾਂ ਬੈੱਡ ਮੰਜਾ ਕਿਵੇਂ ਤਿਆਰ ਕਰਨਗੇ। ਦੇਖ ਲਿਓ ਕਿਵੇਂ ਸਦਕ ਕਮਾਵੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੱਜ ਦੇਖਦੇ ਆ ਕਿਵੇਂ ਗੁਰੂ ਕੇ ਸਿੱਖ ਸਦਕ ਕਮਾਉਂਦੇ ਹਨ। ਦਿਨ ਨੇ ਕਛੂ ਰਹਿਓ ਇਸ ਕਾਲ। ਕਿਉਂਕਿ ਇਸ ਵੇਲੇ ਤਾਂ ਦਿਨ ਵੀ ਕੁਛ ਨਹੀਂ ਰਹਿ ਗਿਆ, ਦਿਨ ਦਾ ਛਪਾ ਹੋ ਗਿਆ। ਆਜ ਨਾ ਬਨੇ ਕਿਸੋ ਬਿਦ ਨਾਲ। ਸਤਿਗੁਰੂ ਜੀ ਸੋਚਦੇ ਅੱਜ ਤਾਂ ਇਹਨਾਂ ਤੋਂ ਕਿਸੇ ਤਰੀਕੇ ਦੇ ਨਾਲ ਵੀ ਪਲੰਘਾ ਤਿਆਰ ਨਹੀਂ ਹੋ ਸਕੇਗਾ। ਤਬ ਦਵੈ ਭਰਾਤ ਉਦਮ ਕੀਨ। ਉਸ ਵੇਲੇ ਦੋਵਾਂ ਭਰਾਵਾਂ ਨੇ ਉਦਮ ਕੀਤਾ। ਦੁਸ਼ਾਂਗ ਬੜ ਸੋਲੀਨ। ਹਿੰਮਤ ਕਰਕੇ ਇਹਨਾਂ ਨੇ ਰਸਤੇ ਵਿੱਚ ਇੱਕ ਸੁੱਕਾ ਜੰਡ ਦਾ ਦਰਖਤ ਦੇਖਿਆ ਤੇ ਉਹਦੇ ਤੋਂ 2 ਦਸ਼ਾਂਗੇ ਵੱਢ ਲਏ। ਦਸਾਂਗਾ ਹੁੰਦਾ ਖਾਲਸਾ ਜੀ ਜਿਵੇਂ ਹੇਠਾਂ ਤੋਂ ਇੱਕ ਪੋਰਾ ਹੋਵੇ ਤੇ ਉੱਪਰੋਂ 2 ਟਾਹਣੇ ਨਿਕਲਦੇ ਹੋਣ, ਜਿਵੇਂ ਆ ਬੱਚੇ ਗੁਲੇਲ ਬਣਾ ਲੈਂਦੇ ਸੀ ਨਾ, ਇਸ ਤਰ੍ਹਾਂ ਦਾ ਵਾਈ ਸ਼ੇਪ ਦਾ ਜਿਹੜਾ ਹੁੰਦਾ। ਸੋ ਇਸ ਪ੍ਰਕਾਰ ਦੇ 2 ਦਸ਼ਾਂਗੇ 2 ਟਾਹਣੇ ਇਹਨਾਂ ਗੁਰੂ ਕੇ ਸਿੱਖਾਂ ਨੇ ਸੁੱਕੇ ਜੰਡ ਦੇ ਵੱਢ ਲਏ। ਗਾਡੇ ਜੈ ਪ੍ਰਭ ਸੁਬਤਨ ਕੀਨ ਬਾਪੀਨ ਥਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਜਗ੍ਹਾ ਦੇ ਉੱਤੇ ਉਹਨਾਂ ਨੇ ਬਿਰਾਜਣਾ ਸੀ, ਸਤਿਗੁਰੂ ਜੀ ਦਾ ਤੰਬੂ ਲਾਇਆ, ਉਸ ਤੰਬੂ ਦੇ ਵਿੱਚ ਇਹ ਦੋਵੇਂ ਦੁਸ਼ਾਂਗੇ ਥੋੜੀ ਥੋੜੀ ਦੂਰੀ ਦੇ ਉੱਤੇ ਗੱਡ ਦਿੱਤੇ ਕੀਨ ਮੇਲ ਬੰਦੀ ਤਿਨ ਤਾਨ। ਤੇ ਉਥੋਂ ਦੱਬ ਕਾਦਕ ਲੈ ਕੇ ਉਹਨਾਂ ਦੀਆਂ ਮੋਟੀਆਂ ਵੇੜਾਂ ਵੱਟ ਲਈਆਂ। ਬਾਈਆਂ ਦੀ ਜਗ੍ਹਾ ਦੇ ਉੱਤੇ, ਸੇਰਵਿਆਂ ਦੀ ਜਗ੍ਹਾ ਦੇ ਉੱਤੇ ਇਹ ਦੁਸ਼ਾਂਗਿਆਂ ਦੇ ਉੱਪਰਲੇ ਹਿੱਸਿਆਂ ਦੇ 4 ਪਾਵੇ ਬਣਾ ਕੇ ਨਾ ਉਹਦੇ ਆਲੇ ਦੁਆਲੇ ਵਲ ਦਿੱਤੀਆਂ। ਮੰਚੇ ਕੀ ਬਿਦ ਬਨ ਕਰ ਤੁਰਤ। ਇਹ ਮੰਜੇ ਵਾਂਗ ਬਣ ਗਿਆ। ਚਾਰੇ ਪਾਸੇ ਜਿਹੜਾ ਘੇਰਾ ਸੀ ਮੋਟੀ ਬੇੜ ਦਾ ਬੰਨ ਦਿੱਤਾ ਜਦੋਂ। ਉਪਰ ਡਾਰ ਬਸਤਰ ਗਨ ਪੁਰਤ। ਔਰ ਇਹਨਾਂ ਗੁਰੂ ਕੇ ਸਿੰਘਾਂ ਨੇ ਫਿਰ ਛੋਟੀਆਂ ਬੇੜਾਂ ਵੱਟ ਕੇ ਉਹਨੂੰ ਵਿੱਚੋਂ ਭਰ ਦਿੱਤਾ ਔਰ ਇਸ ਤਰ੍ਹਾਂ ਕੱਸ ਕੇ ਪੂਰਾ ਵਧੀਆ ਬਣਾ ਕੇ ਉਹਦੇ ਉੱਤੇ ਨਰਮ ਘਾਹ ਵਿਛਾ ਕੇ ਤੇ ਉਸ ਉੱਪਰ ਸੁੰਦਰ ਆਸਣ ਚਾਦਰ ਵਿਛਾ ਦਿੱਤੀ। ਨੀਕੇ ਕਰ ਗੁਦਗੁਦਾ ਸੁਧਾਰਿਓ। ਬਹੁਤ ਨਿੱਕੇ, ਬਹੁਤ ਸੁੰਦਰ, ਬਹੁਤ ਚੰਗੀ ਤਰ੍ਹਾਂ ਤਿਆਰ ਕਰਕੇ ਗੁਦਗੁਦਾ ਬੜਾ ਮਖਮਲੀ, ਬੜਾ ਪੋਲਾ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਆਸਣ ਬਣਾ ਦਿੱਤਾ। ਜਾਏ ਨਿਕਟ ਗੁਰ ਸੰਗ ਚਾਰਿਓ। ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਕਹਿਣ ਲੱਗੇ, ਤਿਆਰ ਮੰਚ ਹੈ ਲੀਨ
बनाई। ਕਹਿਣ ਲੱਗੇ ਮਹਾਰਾਜ ਆਪ ਜੀ ਦਾ ਆਸਣ ਤਿਆਰ ਹੈ, ਬਣਾ ਦਿੱਤਾ ਹੈ। आप विराजो तिस पर जाई। ਆਪ ਜੀ ਕਿਰਪਾ ਕਰੋ ਇਸ ਆਸਣ ਦੇ ਉੱਤੇ ਜਾ ਕੇ ਵਿਰਾਜੋ। सुन विस्मय तब उठ कर गई। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹਰ ਬੈਠੇ ਸਨ, ਬੜੇ ਪ੍ਰਸੰਨ ਹੋਏ ਔਰ ਬੜੇ ਹੈਰਾਨ ਵੀ ਇਹਨਾਂ ਨੇ ਇੰਨੀ ਜਲਦੀ ਤਿਆਰ ਕਰ ਕਿਵੇਂ ਦਿੱਤਾ। ਉੱਠ ਕੇ ਦੇਖਣ ਚਲੇ ਗਏ। होए अरूढ़ प्रभ बैठत भये। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਆਸਣ ਦੇ ਉੱਤੇ ਚੜ੍ਹ ਕੇ ਬੈਠ ਗਏ, देखन हेत तरह कर पायो। ਵਿਰਾਜੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇਖਣ ਵਾਸਤੇ ਵੀ ਇਹਨਾਂ ਨੇ ਹੇਠਾਂ ਬਾਹਾਂ ਕਿਸ ਤਰ੍ਹਾਂ ਦੀਆਂ ਪਾਈਆਂ, ਕਿਸ ਤਰ੍ਹਾਂ ਦਾ ਬਣਾਇਆ, ਉਹ ਹੇਠਾਂ ਨੂੰ ਹੱਥ ਪਾ ਕੇ ਦੇਖਦੇ ਹਨ। किमें गुण कर नयो बनायो। ਕਿਵੇਂ ਇਹਨਾਂ ਨੇ ਬੁਣ ਕੇ ਨਵਾਂ ਮਿੰਟੋ ਮਿੰਟੀ ਤਿਆਰ ਕਰ ਦਿੱਤਾ। ਇੰਨੇ ਥੋੜੇ ਚਿਰ ਦੇ ਵਿੱਚ, ਪਲਾਂ ਦੇ ਵਿੱਚ ਹੀ ਤਿਆਰ ਕਰ ਦਿੱਤਾ। ਸਤਿਗੁਰੂ ਜੀ ਦੇਖਦੇ ਹਨ। पाई के थल मोटी बेर। ਜਦੋਂ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹਸਤ ਕਮਲ ਨਾਲ ਛੋਹਿਆ ਤੇ ਕੀ ਦੇਖਿਆ ਕਿ ਬਾਹੀ ਦੀ ਜਗ੍ਹਾ ਦੇ ਉੱਤੇ ਮੋਟੀ ਬੇੜ ਬੰਨੀ ਹੋਈ ਹੈ आवे तान दुशांगे हेरे। ਔਰ ਪਾਵਿਆਂ ਦੀ ਥਾਂ ਸਤਿਗੁਰੂ ਜੀ ਨੇ ਦੇਖਿਆ ਕਿ ਆ ਦੁਸ਼ਾਂਗੇ ਗੱਡੇ ਹੋਏ ਐ ਦਰਖਤਾਂ ਦੇ। प्रभु प्रसन्न होए बलवाई। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ੀਆਂ ਦੇ ਘਰ ਦੇ ਵਿੱਚ ਆਏ, ਇਹਨਾਂ ਨੂੰ ਬੁਲਾਇਆ। खुशी अदबतन को फरमाई। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਰਮ ਸਿੰਘ, ਧਰਮ ਸਿੰਘ, ਪਿਆਰੇ ਸਿੱਖੋ, ਤੁਹਾਡੇ ਉੱਤੇ ਸਾਡੀ ਬਹੁਤ ਖੁਸ਼ੀ ਹੈ। ਇਸ ਤਰ੍ਹਾਂ ਆਖਿਆ। पूर्ण सिद्धि तुमो निभाई। ਸਤਿਗੁਰੂ ਜੀ ਕਹਿੰਦੇ ਭਾਈ ਸਿੱਖੋ, ਤੁਹਾਡੀ ਸਿੱਖੀ ਪੂਰਨ ਹੋਈ, ਤੁਸੀਂ ਪੂਰਨ ਉਤਰੇ ਸਿੱਖੀ ਦੀ ਪਰਖਾਂ ਦੇ ਵਿੱਚੋਂ। ਤੁਹਾਡੀ ਸਿੱਖੀ ਸਿਦਕ ਤੁਹਾਡਾ ਪੂਰਾ ਨਿਭ ਗਿਆ। अब हट जाओ कसो कर माही। ਸਤਿਗੁਰੂ ਜੀ ਕਹਿੰਦੇ ਬਸ ਤੁਹਾਡੀ ਸੇਵਾ ਪੂਰੀ ਹੋ ਗਈ, ਜਿੰਨੀ ਤੁਹਾਡੇ ਤੋਂ ਸੇਵਾ ਲੈਣੀ ਸੀ। ਹੁਣ ਤੁਸੀਂ ਸਾਡਾ ਬਚਨ ਮੰਨੋ, ਪਿਛਾਂਹ ਮੁੜ ਜਾਓ ਤੇ ਆਪੋ ਆਪਣੇ ਘਰ ਹੀ ਚਲੇ ਜਾਓ। बिना सरतरी छतर न जीतो। ਸਤਿਗੁਰੂ ਜੀ ਨੇ ਪਹਿਲਾਂ ਜੋ ਇਹਨਾਂ ਨੂੰ ਬਚਨ ਕਰ ਦਿੱਤੇ ਸੀ, ਜਦੋਂ ਦੋਵਾਂ ਨੂੰ ਇੱਕ ਇੱਕ ਘੋੜਾ ਬਖਸ਼ਿਆ ਕਿ ਪੈਦਲ ਜਾਂਦੇ ਆ, ਚੜ੍ਹ ਕੇ ਜਾਇਆ ਕਰਨ, ਛੇਤੀ ਪਹੁੰਚਣਾ ਹੁੰਦਾ, ਜਾ ਕੇ ਪਲੰਘਾ ਤਿਆਰ ਕਰਨਾ ਹੁੰਦਾ ਹੈ, ਔਰ ਸ਼ਾਸਤਰ ਵੀ ਬਖਸ਼ੇ ਸੀ ਵੀ ਇਹ ਧਾਰਨ ਕਰ ਲੈਣ। ਪਰ ਇਹਨਾਂ ਨੇ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦਿਆਂ ਹੋਇਆ ਨਾ ਤਾਂ ਘੋੜਿਆਂ ਉੱਤੇ ਸਵਾਰੀ ਕੀਤੀ, ਉਹਨਾਂ ਦੀਆਂ ਵਾਗਾਂ ਫੜ ਕੇ ਪੈਦਲ ਤੁਰੇ ਆਏ। ਸਤਿਗੁਰੂ ਜੀ ਦੇ ਸ਼ਾਸਤਰ ਵੀ ਇਹਨਾਂ ਨੇ ਆਪਣੇ ਤਨ ਦੇ ਉੱਤੇ ਨਹੀਂ ਪਹਿਨਣਾ ਕੀਤੇ, ਬਲਕਿ ਇਹਨਾਂ ਨੇ ਆਪਣੇ ਸੁੰਦਰ ਰੁਮਾਲੇ ਵਿੱਚ ਲਪੇਟ ਕੇ ਆਪਣੇ ਸੀਸ ਦੇ ਉੱਤੇ ਸਜਾ ਕੇ ਲੈ ਕੇ ਆਏ, ਗੁਰੂ ਕੀ ਬਖਸ਼ਿਸ਼ ਜਾਣ ਕੇ ਕਿ ਇਹਦਾ ਮਾਣ ਸਤਿਕਾਰ ਕਰਨਾ ਚਾਹੀਦਾ। ਉਸ ਵੇਲੇ ਵੀ ਸਤਿਗੁਰੂ ਨੇ ਬਚਨ ਕੀਤੇ, ਭਾਈ ਤੁਹਾਨੂੰ ਸ਼ਾਸਤਰਾਂ ਦੀ ਲੋੜ ਹੀ ਨਹੀਂ। ਜੇਕਰ ਤੁਹਾਡੇ ਤੇ ਕੋਈ ਦੁਸ਼ਮਣ ਚੜ੍ਹ ਕੇ ਵੀ ਆਵੇਗਾ, ਤੁਹਾਡੀ ਜ਼ੁਬਾਨ ਆ ਕਿਰਪਾਨ ਦਾ ਕੰਮ ਕਰੇਗੀ। ਤੁਹਾਡੇ ਵਾਕ ਇੰਨੇ ਤੇਜ਼ ਹੋਣਗੇ, ਜੋ ਬਚਨ ਬੋਲ ਦਿਓਗੇ ਨਾਲ ਦੀ ਨਾਲ ਫਲੀ ਭੂਤ, ਨਾਲ ਦੀ ਨਾਲ ਸੱਤ ਹੋ ਜਾਇਆ ਕਰਨਗੇ। ਦੁਸ਼ਮਣਾਂ ਨੂੰ ਜਿਹੜੇ ਬਚਨ ਕਰ ਦਿਓਗੇ ਉਹਨਾਂ ਦਾ ਨਾਸ਼ ਕਰਨਗੇ, ਔਰ ਪਿਆਰ ਵਾਲਿਆਂ ਨੂੰ ਜਿਹੜਾ ਬਚਨ ਕਰੋਗੇ ਉਹਨਾਂ ਦੇ ਮਨਾਂ ਵਿੱਚ ਸ਼ਰਧਾ ਭਾਵਨਾ ਜਾਗੇਗੀ, ਗੁਰੂ ਵਾਲੇ ਬਣ ਜਾਣਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਦੁਬਾਰਾ ਉਸੇ ਬਚਨ ਨੂੰ ਦੁਹਰਾਉਂਦੇ ਆ ਕਿ ਬਿਨਾਂ ਸ਼ਾਸਤਰ ਹੀ ਸ਼ਤਰ ਨ ਜੀਤੋ। ਤੁਸੀਂ ਤਾਂ ਬਿਨਾਂ ਹਥਿਆਰਾਂ ਤੋਂ ਹੀ ਵੈਰੀਆਂ ਨੂੰ ਜਿੱਤੋਗੇ। ਕਿਸੇ ਪ੍ਰਕਾਰ ਦੀ ਚਿੰਤਾ ਵੀ, ਕਿਸੇ ਪ੍ਰਕਾਰ ਦਾ ਫਿਕਰ ਮਨ ਵਿੱਚ ਨਾ ਰੱਖਣਾ। ਇਸ ਪ੍ਰਕਾਰ ਬਚਨ ਕਰਕੇ ਸਾਰਿਆਂ ਨੇ ਖਾਣ ਪਾਣ ਕੀਤਾ, ਲੰਗਰ ਪ੍ਰਸ਼ਾਦਾ ਛਕਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਬਿਰਾਜਮਾਨ ਹੋਏ। ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਨੇ ਸ਼ੌਚਾਚਾਰ ਇਸ਼ਨਾਨ ਸੋਧਿਆ। ਤਨ ਦੇ ਉੱਤੇ ਸਤਿਗੁਰੂ ਜੀ ਨੇ ਸੁੰਦਰ ਵਸਤਰ, ਵਸਤਰਾਂ ਦੇ ਉੱਪਰ ਸੁੰਦਰ ਸ਼ਾਸਤਰ ਸਜਾ ਲਏ। ਸਾਵਧਾਨ ਹੋ ਕੇ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਪਰਮ ਸਿੰਘ, ਧਰਮ ਸਿੰਘ ਇਹਨਾਂ ਨੂੰ ਪਿੱਛੇ ਮੋੜਦੇ ਹਨ। ਬਹੁਤ ਖੁਸ਼ੀਆਂ ਪਾ ਕਰਕੇ ਸਤਿਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਮੰਨਦੇ ਹੋਏ ਇਹ ਗੁਰੂ ਕੇ ਸਿੱਖ ਪਿਛਾਂਹ ਮੁੜਦੇ ਆ। ਸਤਿਗੁਰੂ ਜੀ ਦਾ ਬਚਨ ਅਮੋੜ ਹੈ, ਇਹਨੂੰ ਮੋੜਨਾ ਨਹੀਂ ਚਾਹੀਦਾ, ਇਹ ਜਾਣ ਕੇ ਹੱਥ ਜੋੜ ਦਿੱਤੇ।
ਸਹਾਈ। ਬੇਨਤੀ ਕੀਤੀ ਮਹਾਰਾਜ ਸਤ ਬਚਨ ਜੋ ਕਹਿੰਦੇ ਉਹ ਚਲੇ ਜਾਂਦੇ ਆ, ਆਪ ਜੀ ਕਿਰਪਾ ਕਰੋ ਸਾਡੇ ਲੋਕ ਪਰਲੋਕ ਦੇ ਵਿੱਚ ਸਹਾਇਕ ਹੋਵੋ। ਚਰਨ ਕਮਲ ਚਿਤਰ ਕੋ ਗਸਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਮਨ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਜੁੜਿਆ ਰਹੇ, ਇਹ ਕਿਰਪਾ ਕਰ ਦਿਓ। ਆਪਣੇ ਲਗ ਕਰ ਨੈਣ ਵਿਸਾਰ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਛੱਡ ਕੇ ਚੱਲੇ ਤਾਂ ਹੋ, ਸਾਨੂੰ ਪਿੱਛੇ ਮੋੜ ਰਹੇ ਹੋ। ਜਾਣਾ ਚਾਹੁੰਦੇ ਸੀ ਅਸੀਂ ਤੁਹਾਡੇ ਨਾਲ ਦੱਖਣ ਵੱਲ, ਕਿਰਪਾ ਕਰੋ ਮਾਲਕਾ ਸਾਨੂੰ ਕਦੇ ਭੁਲਾ ਨਾ ਦੇਵੀਂ। ਆਪਣੇ ਜਾਣ ਕੇ ਸਦਾ ਹੀ ਚੇਤੇ ਦੇ ਵਿੱਚ ਰੱਖੀ ਔਰ ਸਾਨੂੰ ਹਮੇਸ਼ਾ ਚਿੱਤ ਆਉਂਦਾ ਰਹੀਂ। ਦਾਸਨ ਦਾਸੈ ਦਾਸ ਵਿਚਾਰ। ਸਾਨੂੰ ਆਪਣੇ ਦਾਸਾਂ ਦੇ ਦਾਸ ਤੇ ਉਹਨਾਂ ਦੇ ਵੀ ਅਗਾਂਹ ਸੇਵਕ ਜਾਣ ਕੇ ਇਮੰਦਰ ਬੰਧਨ ਕਰਤ ਧਿਆਨੇ। ਸਾਡੇ ਤੇ ਕਿਰਪਾ ਰੱਖਿਓ। ਇਉਂ ਬੰਧਨ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਦੋਵੇਂ ਭਰਾ ਭਾਈ ਪਰਮ ਸਿੰਘ ਭਾਈ ਧਰਮ ਸਿੰਘ ਇਹਨਾਂ ਨੇ ਪਿਛਾਂ ਘਰ ਵੱਲ ਨੂੰ ਚਾਲਾ ਮਾਰਿਆ ਕਰਦੈ ਰਾਤ ਸਤਿਗੁਰੂ ਕੋ ਧਿਆਨੇ। ਔਰ ਹਮੇਸ਼ਾ ਸਤਿਗੁਰੂ ਜੀ ਦਾ ਧਿਆਨ ਇਹਨਾਂ ਨੇ ਰਸਤੇ ਵਿੱਚ ਆਉਂਦਿਆਂ ਔਰ ਤਾ ਉਮਰ ਸਤਿਗੁਰੂ ਜੀ ਦਾ ਧਿਆਨ ਹਿਰਦੇ ਵਿੱਚ ਟਿਕਾਈ ਰੱਖਿਆ। ਮਧੂ ਸਿੰਘਾਣੇ ਪੁਰ ਤੇ ਡੇਰਾ। ਮਧੂ ਸਿੰਘਾਣੇ ਪਿੰਡ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਡੇਰਾ ਕੀਤਾ। ਪ੍ਰਭ ਜੀ ਪੂਜ ਕਰਿਓ ਤਿਸ ਬੇਰਾ। ਸਤਿਗੁਰ ਸੱਚੇ ਪਾਤਸ਼ਾਹ ਵੀ ਸਵੇਰ ਵੇਲੇ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਵਿਦਾ ਕਰਕੇ ਸਤਿਗੁਰੂ ਜੀ ਨੇ ਵੀ ਕੂਚ ਕੀਤਾ, ਗਾਂਹ ਵੱਲ ਚੜ ਗਏ। ਐ ਰੂੜ ਕਰ ਪੰਥ ਬਿਆਨੀ। ਘੋੜ ਸਵਾਰ ਹੋ ਕੇ ਰਸਤੇ ਤੇ ਚੱਲ ਪਏ। ਪੀਛੇ ਸਿੰਘ ਵੀਰ ਸਿਧਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਸਾਰਾ ਵਹੀਰ ਸਾਰਾ ਦਲ ਚੱਲ ਪਿਆ। ਉਸ ਅਸ਼ਟਦਸ ਤੇ ਦਿਨ ਗਈ। ਉਸ ਦਿਨ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 18 ਕੋਹ ਦਾ ਪੈਂਡਾ ਤੈਅ ਕੀਤਾ। ਕੁਝ ਕਰ ਤੀਰਥ ਆਵਤ ਭਏ। ਕਿੱਥੇ ਪਹੁੰਚ ਗਏ ਸੰਗਤ ਜੀ? ਜਿੱਥੇ ਪੁਸ਼ਕਰ ਨਾਮ ਦਾ ਤੀਰਥ ਹੈ, ਹਿੰਦੂਆਂ ਦਾ ਬਹੁਤ ਵੱਡਾ ਤੀਰਥ ਹੈ। ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਔਰ ਅੱਜ 10ਵੇਂ ਸਰੂਪ ਦੇ ਵਿੱਚ ਫਿਰ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਪਹੁੰਚੇ। ਪੁੱਤਰ ਪਰੇ ਤੈ ਸਿਮਰ ਲਗਾਇਓ। ਉੱਥੇ ਸਤਿਗੁਰੂ ਜੀ ਨੇ ਉਤਾਰਾ ਕੀਤਾ, ਘੋੜੇ ਤੋਂ ਉਤਰ ਕੇ ਉੱਥੇ ਪੜਾ ਲਾ ਲਿਆ। ਸਕਲ ਗਹੀਰ ਸ਼ਰਮਤ ਹੈ ਆਯੂ। ਸਾਰਾ ਬਹੀਰ ਸਾਰਾ ਦਲ ਸਤਿਗੁਰੂ ਜੀ ਦੇ ਨਾਲ ਦੇ ਸਿੰਘ, ਕੁਝ ਘੋੜਿਆਂ ਤੇ ਕੁਝ ਜਿਹੜੇ ਪੈਦਲ ਸੀ, ਹੌਲੀ ਹੌਲੀ ਸਾਰਿਆਂ ਦੀ ਚਾਲ ਵੱਖੋ ਵੱਖਰੀ, ਕੋਈ ਪਹਿਲਾਂ ਪਹੁੰਚ ਗਿਆ ਕੋਈ ਬਾਅਦ ਵਿੱਚ ਪਹੁੰਚ ਗਿਆ। ਸਾਰੇ ਥੱਕੇ ਟੁੱਟੇ ਹੋਏ ਪਹੁੰਚੇ। ਕਹਿਓ ਪ੍ਰਭੂ ਇਤ ਕਰੋ ਮਕਾਮੂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਮੁਕਾਮ ਕਰ ਲਈਏ, ਇੱਥੇ ਠਹਿਰਾ ਕਰ ਲਈਏ ਮੰਦਰ ਵਾਰ ਲਿਓ ਬਿਸਰਾਮੂ। ਔਰ ਚੰਗੀ ਤਰ੍ਹਾਂ ਇੱਥੋਂ ਆਪਣੀ ਥਕਾਵਟ ਲਾ ਕੇ ਵਿਸ਼ਰਾਮ ਕਰਕੇ ਫਿਰ ਅੱਗੇ ਚੱਲਾਂਗੇ। ਕਸੇ ਦਿਸਾ ਮੈਂ ਕਾਂਜ ਰੂਪਾਨ। ਰਾਤਰੀ ਦੇ ਵਿੱਚ ਖਾਣ ਪਾਣ ਕਰਕੇ ਸਾਰਿਆਂ ਨੇ ਬੜੇ ਸੁੱਖ ਆਰਾਮ ਦੇ ਨਾਲ ਰਾਤ ਬਤੀਤ ਕੀਤੀ। ਭਏ ਅਪਰਾਧ ਕਰ ਸੋਚ ਇਸ਼ਨਾਨ। ਅੰਮ੍ਰਿਤ ਵੇਲਾ ਹੋਇਆ, ਸਭ ਨੇ ਸ਼ੌਚ ਇਸ਼ਨਾਨ ਕੀਤਾ। ਚੇਤਨ ਪਿਪਰ ਮਿਲਿਓ ਤਬੇ ਆਈ। ਉਸ ਵੇਲੇ ਇਹ ਪੁਸ਼ਕਰ ਦੇ ਵਿੱਚ ਸਾਧ ਸੰਗਤ ਜੀ ਇੱਕ ਵਿਪਰ ਬ੍ਰਾਹਮਣ ਸੀ ਜਿਹਦਾ ਨਾਮ ਚੇਤਨ ਇਤਿਹਾਸ ਵਿੱਚ ਆਇਆ। ਉਹ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ। ਆਸ਼ੀਰਵਾਦ ਕਯੋ ਵਰਤਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਜਜਮਾਨ ਸੁਖੀ ਰਹੋ, ਐ ਅਸੀਸ ਦਿੱਤੀ। ਅਦਗਦਾਨ ਦੀਨੋ ਤਿਦ ਤਿਸ ਪਾਨ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਉਹ ਬ੍ਰਾਹਮਣ ਚੇਤਨ ਨੂੰ ਬਹੁਤ ਦਾਨ ਦਿੱਤਾ। ਪੜ ਸੂਖਮ ਦਿਨਾਰ ਕੇ ਨਾਨਕ ਕਾਨ। ਸੂਖਮ ਬਸਤਰ ਰੇਸ਼ਮੀ ਔਰ ਸੋਨੇ ਦੀਆਂ ਮੋਹਰਾਂ ਅਤੇ ਇੱਕ ਘੋੜਾ ਬਖਸ਼ਿਆ। ਸ੍ਰੀ ਬਾਬਾ ਨਾਨਕ ਜੈ ਸ੍ਰੀ। ਇਸ ਪੁਸ਼ਕਰ ਨਾਮ ਦੇ ਅਸਥਾਨ ਦੇ ਉੱਤੇ ਜਿੱਥੇ ਸਿਰਮੌਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਵਿਰਾਜੇ ਸਨ, ਠਹਿਰੇ ਸਨ। ਸੋ ਇਹ ਪੁਸ਼ਕਰ ਖਾਲਸਾ ਜੀ ਬਹੁਤ ਵੱਡਾ ਸਨਾਤਨ ਮਤੀਆਂ ਦਾ ਤੀਰਥ ਸਥਾਨ ਹੈ ਔਰ ਇੱਥੇ ਬਹੁਤ ਵੱਡਾ ਝੀਲ ਦੀ ਸ਼ਕਲ ਦਾ ਸਰੋਵਰ ਬਣਿਆ ਹੋਇਆ ਹੈ। ਸੋ ਇਸ ਸਥਾਨ ਦੇ ਉੱਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ। ਤੇ ਦੂਜਾ ਇਸ ਸਥਾਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਸ ਨੂੰ ਬ੍ਰਹਮਾ ਜੀ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਇੱਥੇ ਕਮਲ ਦੇ ਵਿੱਚੋਂ ਪੈਦਾ ਹੋਏ ਮੰਨਦੇ ਆ। ਸਨਾਤਨ ਮਤ ਦੇ ਬਹੁਤ ਸਾਰੇ ਮੰਦਰ ਹੈ ਪਰ ਬ੍ਰਹਮਾ ਜੀ ਦੇ ਮੰਦਰ ਬਹੁਤ ਘੱਟ ਮਿਲਦੇ ਆ, ਕੋਈ ਇੱਕਾ ਦੁੱਕਾ ਹੀ ਕਿਤੇ ਮਿਲਦੇ ਆ। ਨਹੀਂ ਤੇ ਸ਼ਿਵ ਭਗਵਾਨ ਦੇ ਬਹੁਤ ਮੰਦਰ ਹੈ, ਕ੍ਰਿਸ਼ਨ ਜੀ ਦੇ ਬੜੇ ਮੰਦਰ ਹੈ, ਦੇਵੀਆਂ ਦੇ ਬੜੇ ਮੰਦਰ ਹੈ, ਹਨੂਮਾਨ ਦੇ, ਗਣੇਸ਼ ਦੇ ਬਹੁਤ ਮੰਦਰ ਮਿਲ ਜਾਣਗੇ।
ਪਰ ਬ੍ਰਹਮਾ ਦਾ ਮੰਦਿਰ ਬਹੁਤ ਘੱਟ ਮਿਲੇਗਾ। ਸੋ ਇਹ ਪੁਸ਼ਕਰ ਜਿਹੜਾ ਹੈ ਇਹ ਬ੍ਰਹਮਾ ਜੀ ਦਾ ਮੰਦਿਰ ਅਸਥਾਨ ਇੱਥੇ ਬਣਿਆ ਹੋਇਆ ਹੈ। ਔਰ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਆ ਕੇ ਬਿਰਾਜੇ ਸਨ, ਤਿਸੀ ਘਾਟ ਗੁਰ ਮੱਜਨ ਕਰੀ, ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਜਗ੍ਹਾ ਦੇ ਉੱਤੇ ਇਸ਼ਨਾਨ ਕੀਤਾ। ਤਾਂ ਬੈਠ ਕਰ ਸਿੰਘਨ ਸਾਥ, ਉੱਥੇ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਸਿੰਘਾਂ ਦੇ ਨਾਲ ਪੂਰਬ ਕੋ ਪ੍ਰਸੰਗ ਕੈ ਨਾਥ, ਪੂਰਬਲਾ ਪ੍ਰਸੰਗ ਸਾਰਾ ਦੱਸਿਆ। ਗਮਨਤ ਕਰਤੇ ਸਹਿਜ ਸੁਭਾਈ, ਸਤਿਗੁਰੂ ਜੀ ਨੇ ਸਭ ਦੱਸਿਆ ਕਿ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ ਸਨ। ਹੈ ਤੇ ਸਤਿਗੁਰੂ ਨਾਨਕ ਆਪ ਹੀ 10ਵੇਂ ਜਾਮੇ ਵਿੱਚ, ਪਰ ਸਿੱਖਾਂ ਨੂੰ ਜਣਾਉਣਾ ਨਹੀਂ ਚਾਹੁੰਦੇ। ਵੱਡੇ ਸਤਿਗੁਰਾਂ ਦਾ ਮਾਣ ਸਤਿਕਾਰ, ਹਾਲਾਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ, ਜੋ ਗੁਰੂ ਨਾਨਕ ਹੈ ਉਹੀ ਗੁਰੂ ਅੰਗਦ ਦੇਵ ਮਹਾਰਾਜ, ਜੋ ਗੁਰੂ ਅੰਗਦ ਦੇਵ ਮਹਾਰਾਜ ਉਹੀ ਜੋਤ ਗੁਰੂ ਅਮਰਦਾਸ ਮਹਾਰਾਜ ਵਿੱਚ। ਇਸੇ ਤਰ੍ਹਾਂ 10ਵੇਂ ਸਰੂਪ ਤੱਕ ਔਰ 10ਵੇਂ ਸਰੂਪ ਤੋਂ ਬਾਅਦ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਾਣਨਾ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਕਾਇਆ ਦਾ ਸਰੀਰਾਂ ਦਾ ਪਲਟਾ ਹੈ, ਜੋਤ ਉਹੀ ਹੈ, ਜੁਗਤ ਉਹੀ ਹੈ। ਗੁਰੂ ਨਾਨਕ ਅੰਗਦ ਕਰ ਮਾਨਾ, 10ਵੇਂ ਪਾਤਸ਼ਾਹ ਜੀ ਦੇ ਬਚਨ ਹੈ, ਗੁਰੂ ਨਾਨਕ ਦੇਵ ਜੀ ਹੀ ਗੁਰੂ ਅੰਗਦ ਦੇਵ ਹਨ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ। ਸੋ ਇਸੇ ਪ੍ਰਕਾਰ 10 ਪਾਤਸ਼ਾਹੀਆਂ ਨੂੰ ਔਰ 10 ਪਾਤਸ਼ਾਹੀਆਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕੇ ਸਿੱਖ ਨੇ ਇੱਕੋ ਜੋਤ ਕਰਕੇ ਜਾਣਨਾ। ਫਿਰ ਸਤਿਗੁਰੂ ਜੀ ਗੁਰੂ ਕੇ ਸਿੱਖ ਦੇ ਲੋਕ ਪਰਲੋਕ ਦੇ ਵਿੱਚ ਸਹਾਈ ਹੁੰਦੇ ਹੈ, ਸਤਿਗੁਰੂ ਜੀ ਭਲਾ ਕਰਦੇ ਹੈ। ਪਰ ਖਾਲਸਾ ਜੀ ਸਾਡਾ ਕਈ ਵਾਰ ਨਿਸ਼ਚਾ ਬਣਦਾ ਨਹੀਂ ਪੂਰਾ, ਜਿਸ ਕਰਕੇ ਅਸੀਂ ਕਈ ਵਾਰੀ ਅਲੱਗ-ਅਲੱਗ ਸਮਝਣ ਲੱਗ ਪੈਂਦੇ ਹਾਂ। ਕਈ ਕਹਿਣਗੇ ਜੀ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਾਂ ਰਸਤਾ ਹੋਰ ਸੀ। ਆ ਹੁਣ ਜਿਹੜੇ ਖੇਤੀ ਕਾਨੂੰਨ ਚੱਲਦੇ ਸੀ ਨਾ ਖਾਲਸਾ ਜੀ, ਉਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਜਿਹੜਾ ਪਿਛਲੇ 1 ਸਾਲ ਤੋਂ ਮੋਰਚਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਗੱਡਿਆ ਹੋਇਆ ਹੈ, ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਬੜੇ ਸ਼ਾਂਤਮਈ ਤਰੀਕੇ ਦੇ ਨਾਲ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਜਿਵੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਵੇਲੇ ਦੇ ਵਿੱਚ ਬਾਬਰ ਨੂੰ ਜਾਬਰ ਕਹਿ ਕੇ ਤੇ ਉਹਦੀ ਨੀਵੀਂ ਪਵਾ ਦਿੱਤੀ ਸੀ ਨਾ, ਝੁਕਾ ਦਿੱਤਾ ਸੀ। ਇਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਅੱਜ ਮੋਦੀ ਨੂੰ ਵੀ ਝੁਕਾ ਦਿੱਤਾ ਹੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਆਪਣੇ ਤੌਰ ਤੇ ਕੋਈ ਬਣਿਆ ਫਿਰੇ ਵੀ ਅਸੀਂ ਕੀਤਾ ਜੀ, ਉਹ ਕੀਤਾ, ਸਾਡੇ ਕਹਿਣ ਨਾਲ ਹੋ ਗਿਆ, ਸਾਡੇ ਨਹੀਂ, ਉੱਥੇ ਗੁਰੂ ਵਰਤਿਆ। ਆਪ ਮੁਹਾਰੇ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਵਾਸਤਾ ਲੈ ਕੇ, ਕਿਹੜੀ ਚੀਜ਼ ਹੈ ਜਿਹਦੀ ਉੱਥੇ ਕਮੀ ਸੀ? ਤੁਸੀਂ ਸਾਰਿਆਂ ਨੇ ਤਕਰੀਬਨ ਬਹੁਤਿਆਂ ਨੇ ਜਾ ਕੇ ਦੇਖਿਆ ਹੀ ਹੈ। ਸੋ ਖਾਲਸਾ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਅਲੱਗ ਨਹੀਂ। ਪਰ ਜਿਸ ਦਿਨ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਪ੍ਰਧਾਨ ਮੰਤਰੀ ਦੇ ਵੱਲੋਂ ਹੋਇਆ, ਉਸ ਦਿਨ ਸੋਸ਼ਲ ਮੀਡੀਆ ਦੇ ਉੱਤੇ ਬਹੁਤੇ ਵੀਰਾਂ ਨੇ ਇੱਕ ਮੈਸੇਜ ਵਾਇਰਲ ਕੀਤਾ। ਆਪਣੇ ਵੱਲੋਂ ਉਹਨਾਂ ਦੀ ਭਾਵਨਾ ਚੰਗੀ ਸੀ, ਪਰ ਕਈ ਵਾਰ ਅਸੀਂ ਜਾਣੇ ਅਣਜਾਣੇ ਗਲਤੀ ਕਰ ਜਾਂਦੇ ਹਾਂ। ਉਹ ਮੈਸੇਜ ਦੇ ਵਿੱਚ ਲਿਖਿਆ, ਕਹਿੰਦੇ ਚੰਗਾ ਹੋਇਆ ਮੋਦੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਹੀ ਮੰਨ ਗਿਆ, ਨਹੀਂ ਤਾਂ 10ਵੇਂ ਪਾਤਸ਼ਾਹ ਦਾ ਤਰੀਕਾ ਹੋਰ ਹੈ। ਆਪਣੇ ਵੱਲੋਂ ਭਾਵਨਾ ਚੰਗੀ ਸੀ, ਲਿਖਿਆ ਉਹਨਾਂ ਨੇ ਚੰਗੇ ਤਰੀਕੇ ਨਾਲ, ਪਰ ਇਹਦੇ ਵਿੱਚ ਖਾਲਸਾ ਜੀ ਗੰਭੀਰਤਾ ਵਿੱਚ ਜਾਈਏ ਤਾਂ ਇਹ ਅਸੀਂ ਗੁਰੂ ਨਾਨਕ ਸਾਹਿਬ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮਿਸ਼ਨ ਨੂੰ ਵੰਡਤਾ ਵੀ ਉਹਨਾਂ ਦਾ ਤਰੀਕਾ ਹੋਰ ਸੀ, ਇਹਨਾਂ ਦਾ ਹੋਰ ਹੈ, ਉਹਨਾਂ ਦਾ ਮਿਸ਼ਨ ਹੋਰ ਔਰ ਇਹਨਾਂ ਦਾ ਹੋਰ। ਇਸ ਕਰਕੇ ਕਦੇ ਵੀ ਜਾਣੇ ਅਣਜਾਣੇ ਜਾਂ ਮਜ਼ਾਕ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਲੱਗ-ਅਲੱਗ ਕਰਕੇ ਨਹੀਂ ਜਾਣਨਾ। 10 ਪਾਤਸ਼ਾਹੀਆਂ ਨੂੰ ਇੱਕੋ ਸਰੂਪ ਕਰਕੇ ਜਾਣਨਾ। 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਨੂੰ 10 ਪਾਤਸ਼ਾਹੀਆਂ ਦਾ ਰੂਪ ਸਮਝ ਕੇ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਆਦਰ ਮਾਨ ਸਨਮਾਨ ਕਰਨਾ ਔਰ ਗੁਰੂ ਕੇ ਬਚਨਾਂ ਉੱਤੇ ਪਹਿਰਾ ਦੇਣਾ, ਇਹ ਗੁਰੂ ਕੇ ਸਿੱਖ ਦਾ ਪਰਮ ਫਰਜ਼ ਹੈ, ਪਰਮ ਕਰਤੱਵ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਰਹੇ ਹੈ ਕਿ ਭਾਈ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਸਨ, ਜਿਸ ਘਾਟ ਦੇ ਉੱਤੇ ਆਪਾਂ ਇਸ਼ਨਾਨ ਕੀਤਾ, ਪੂਰਬਲੀ ਸਾਰੀ ਕਥਾ ਦੱਸੀ, ਪਹਿਲਾਂ ਦਾ ਜੋ ਪ੍ਰਸੰਗ ਵਰਤਿਆ। ਔਰ ਇਸ ਪ੍ਰਕਾਰ
ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ ਸਿੰਘਾਂ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਗਮਨ ਕਰਦੇ ਹੋਏ, ਦੁਨੀਆ ਨੂੰ ਤਾਰਦੇ ਹੋਏ ਇਸ ਜਗ੍ਹਾ ਦੇ ਉੱਤੇ ਸਹਿਜ ਸੁਭਾਏ ਆਏ ਸਨ। ਸ੍ਰੀ ਬਾਬਾ ਜੀ ਬੈਠੇ ਆਏ, ਸਿਰਮੌਰ ਬਾਬਾ ਜੀ, ਬਾਬਿਆਂ ਦੇ ਵੀ ਬਾਬੇ, ਜਾਹਰ ਪੀਰ ਜਗਤਗੁਰ ਬਾਬਾ ਸਤਿਗੁਰੂ ਨਾਨਕ ਦੇਵ ਮਹਾਰਾਜ ਇਸ ਜਗ੍ਹਾ ਆ ਕੇ ਬਿਰਾਜਮਾਨ ਹੋਏ, ਭਾਗ ਲਾਏ ਇਸ ਧਰਤੀ ਨੂੰ। ਗੋਰਖ ਲੀਏ ਸਿੱਧ ਸਮੁਦਾਈ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਬਹੁਤ ਸਾਰੇ ਸਿੱਧ ਗੋਰਖਨਾਥ ਦੇ ਸਮੇਤ ਆ ਕੇ ਸਤਿਗੁਰੂ ਜੀ ਨੂੰ ਮਿਲੇ। ਆਨੇ ਆਦੇਸ਼ ਲਾਈ, ਆ ਕੇ ਉਹਨਾਂ ਨੇ ਆਦੇਸ਼ ਉਹਨਾਂ ਦਾ ਬੋਲਾ। ਇਸ ਤਰ੍ਹਾਂ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਆਖਿਆ। ਆਦੇਸ਼ ਨਾਮ ਹੈ ਜਿਹੜਾ ਆਇਆ ਹੋਇਆ ਹੈ ਸਾਰੇ ਦੇਸ਼ਾਂ ਵਿੱਚ, ਹਰ ਜਗ੍ਹਾ ਤੇ ਜਿਹੜਾ ਵਾਹਿਗੁਰੂ ਵਿਆਪਕ ਹੈ। ਆਦੇਸ਼ ਨਾਮ ਨਮਸਕਾਰ ਦਾ, ਜਿਹੜਾ ਹਰ ਜਗ੍ਹਾ ਦੇ ਉੱਤੇ ਜਿਸ ਦੀ ਸੱਤਾ ਹੋਂਦ ਮੌਜੂਦ ਹੈ ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਇਹ ਆਖਿਆ ਕਿ ਚਰਚਾ ਕੁਛ ਜੋਗ ਕੀ ਕੀਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਵਿਚਾਰ ਚਰਚਾ ਕੀਤੀ। ਇਹ ਜੋਗ ਦੀ ਪ੍ਰਥਾ ਹੈ, ਕਿਵੇਂ ਜੁੜਿਆ ਜਾਵੇ ਵਾਹਿਗੁਰੂ ਨਾਲ। ਜਦਾ ਜੋਗ ਤਦ ਉੱਤਰ ਦੀਨ, ਸਤਿਗੁਰੂ ਜੀ ਨੇ ਯਥਾ ਯੋਗ ਐਨ ਤਸੱਲੀ ਬਖਸ਼ ਇਹਨਾਂ ਨੂੰ ਉੱਤਰ ਦਿੱਤੇ। ਸੁਨ ਸਦ ਸਗਲ ਨਿਮੇ ਕਰ ਬੰਦ, ਸਾਰੇ ਸਿੱਧ ਜਿੰਨੇ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕਰਕੇ ਵੀ ਇਹ ਐਸਾ ਜੋਗੀ ਕਲੀਮ ਹੈ, ਇਹ ਤਾਂ ਬਹੁਤ ਵੱਡਾ ਜੋਗੀ, ਬਹੁਤ ਵੱਡਾ ਸਿੱਧ ਤਪਾ ਹੈ, ਅਸੀਂ ਤਾਂ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ, ਇਹ ਸਮਝ ਕੇ ਨਮਸਕਾਰ ਕੀਤੀ। ਗੋਰਖ ਭਰਤਰ ਗੋਪੀ ਚੰਦ, ਉਹਨਾਂ ਵਿੱਚੋਂ ਜਿਹੜੇ ਪ੍ਰਮੁੱਖ ਬ੍ਰਹਮ ਗਿਆਨੀ ਸਿੱਧ ਆਏ ਹੋਏ ਸਨ ਉਹਨਾਂ ਦਾ ਨਾਮ ਕਵੀ ਜੀ ਲਿਖਦੇ ਆ। ਗੋਰਖਨਾਥ ਆਇਆ, ਭਰਥਰੀਨਾਥ ਆਇਆ, ਗੋਪੀ ਚੰਦ ਵਰਗੇ ਆਏ, ਮੰਗਲ ਆਦਿਕ ਸੁਜਾਸੋ ਚਾਰਾਏ, ਪ੍ਰਾਣਨਾਥ, ਮੰਗਲਨਾਥ ਆਦਿਕ ਜਿਹੜੇ ਸਾਰੇ ਇਹਨਾਂ ਸਿੱਧਾਂ ਨੇ ਸਤਿਗੁਰੂ ਜੀ ਦੀ ਮਹਿਮਾ ਉਚਾਰਨ ਕੀਤੀ। ਸ੍ਰੀ ਬਾਬਾ ਤੁਮ ਧੰਨ ਉਦਾਰਾਏ, ਕਹਿਣ ਲੱਗੇ, ਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਧੰਨ ਹੋ, ਆਪ ਜੀ ਦੀ ਮਹਿਮਾ ਧੰਨ ਹੈ, ਆਪ ਜੀ ਸ੍ਰੇਸ਼ਟ ਹੋ। ਕਿਮ ਬੋਲਤ ਜਿਸ ਕਾਲ ਕਿਰਪਾਲਾਏ, ਇਸ ਪ੍ਰਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਦੱਸ ਰਹੇ ਹਨ ਸਿੰਘਾਂ ਨੂੰ ਇਤਿਹਾਸ ਗੁਰੂ ਨਾਨਕ ਦੇਵ ਜੀ ਦਾ। ਤੈਗੇ ਨਰ ਕਰ ਮੇਰ ਵਿਸਾਲਾਏ, ਪੁਸ਼ਕਰ ਨਗਰ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਏ। ਵਿਪਰ ਬਨਵਤ ਆਦਿਕ ਜਾਲੀ, ਹਾਂ, ਉੱਥੋਂ ਦੇ ਜਿਹੜੇ ਬ੍ਰਾਹਮਣ ਸੀ, ਬਾਣੀਏ ਸੀ, ਵਪਾਰੀ ਸੀ, ਸਾਰੇ ਲੋਕ ਇਕੱਠੇ ਹੋ ਕੇ ਆਏ। ਆਈ ਚੇਤਨ ਦਿਜ ਨਾਲ, ਇਹ ਚੇਤਨ ਨਾਮ ਦਾ ਜਿਹੜਾ ਦਿਜ ਬ੍ਰਾਹਮਣ ਮੁਖੀ ਪੰਡਤ ਹੈ ਉਹਦੇ ਨਾਲ ਆਏ। ਕਰ ਕਰ ਨਮੋ ਪ੍ਰਵਾਰਤ ਬੈਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਵਾਰੋ ਵਾਰੀ ਸਾਰਿਆਂ ਨੇ ਨਮਸਕਾਰ ਕੀਤੀ, ਆਲੇ ਦੁਆਲੇ ਬਹਿ ਗਏ। ਕੌਣ ਜਾਤ ਬੂਝਤ ਪਈਐਸੀ, ਆ ਕੇ ਪੁੱਛਦੇ ਐ, ਕਹਿੰਦੇ ਕਿਹੜੀ ਜਾਤ ਹੈ। ਸੰਗ ਆਪ ਕੇ ਤੇ ਸੁਨਤਾਰੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਸੰਗ, ਆਪ ਜੀ ਦੇ ਨਾਲ ਆ, ਸਿੰਘ ਹੈ, ਸਿੱਖ ਹੈ, ਸਾਧੂ ਸੰਤ ਹੈ, ਇਹਨਾਂ ਦੀ ਜਾਤ ਕੀ ਹੈ? ਕਿਉਂਕਿ ਪਹਿਲਾਂ ਦੇਖਿਆ ਨਹੀਂ ਸੀ ਨਾ ਇਹੋ ਜਿਹਾ ਖਾਲਸਾ, ਇਹੋ ਜਿਹਾ ਵੱਖਰਾ ਬਾਣਾ ਸਤਿਗੁਰੂ ਨੇ ਬਖਸ਼ਿਆ। ਦਸਤਾਰਿਆਂ ਵਾਲੇ ਸਿੰਘ, ਸ਼ਸਤਰ ਧਾਰੀ, ਪਹਿਲਾਂ ਸਾਧੂਆਂ ਦੀਆਂ ਮੰਡਲੀਆਂ ਤੀਰਥ ਅਸਥਾਨਾਂ ਦੇ ਉੱਤੇ ਆਉਂਦੀਆਂ, ਕੋਈ ਭਗਵਿਆਂ ਵਾਲਾ ਆਉਂਦਾ, ਕੋਈ ਗੇਰੂਏ ਵਸਤਰਾਂ ਵਾਲਾ ਆਉਂਦਾ, ਜਾਂ ਸਿੱਧਨਾਥ ਇਹ ਆਉਂਦੇ ਲੰਗੋਟੇ ਕੱਸ ਕੇ, ਪਰ ਇਹੋ ਜਿਹਾ ਭੇਖ ਦੇਖਿਆ ਨਹੀਂ ਸੀ। ਸੋਚਦੇ ਆ ਵੀ ਇਹ ਜਿਹੜੇ ਮਹਾਤਮਾ ਪੁਰਸ਼ ਆਏ ਐ ਇਹਨਾਂ ਦਾ ਕਿਹੜਾ ਭੇਖ ਹੈ, ਕਿਹੜੀ ਜਾਤ ਹੈ। ਕਿਆ ਇਨ ਕੀ ਦੇ ਜਾਤ ਉਚਾਰੀ, ਮਹਾਰਾਜ ਸੱਚੇ ਪਾਤਸ਼ਾਹ ਦੱਸੋ ਇਹਨਾਂ ਦੀ ਜਾਤੀ ਕੀ ਹੈ, ਇਹ ਕਿਹੜੀ ਸ਼੍ਰੇਣੀ ਦੇ ਹੈ, ਕਿਹੜੇ ਵਰਗ ਦੇ ਸਾਧੂ ਹੈ, ਕਿਹੜੀ ਸੰਪਰਦਾਇ ਦੇ ਸਾਧੂ ਹੈ, ਇਉਂ ਪੁੱਛਿਆ ਉਹਨਾਂ ਨੇ। ਇੱਥੇ ਖਾਲਸਾ ਜੀ ਇਉਂ ਜਾਤ ਨਹੀਂ ਪੁੱਛੀ ਜਿਵੇਂ ਬ੍ਰਾਹਮਣਵਾਦ ਦੇ ਵਿੱਚ ਜਿਹੜੀਆਂ ਜਾਤਾਂ ਪਾਤਾਂ ਦਾ ਬਹੁਤ ਮਨੂ ਨੇ ਜਿਹੜੀ ਵੰਡ ਪਾ ਦਿੱਤੀ, ਖੱਤਰੀ ਆ, ਬ੍ਰਾਹਮਣ ਆ, ਸੂਦਰ ਆ, ਵੈਸ਼ ਹੈ, ਫਿਰ ਅਗਾਂਹ ਕਿੰਨੀਆਂ ਜਾਤੀਆਂ ਸੰਸਾਰ ਦੇ ਵਿੱਚ ਕੰਮਾਂ ਦੇ ਆਧਾਰ ਦੇ ਉੱਤੇ ਸ਼ੁਰੂ ਹੋਈਆਂ। ਪਰ ਖਾਲਸਾ ਜੀ ਬਾਅਦ ਵਿੱਚ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਜਿਹੜਾ ਕੋਈ ਛੋਟਾ ਮੋਟਾ ਕੰਮ ਕਰਦਾ ਸੀ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣਾ ਤੇ ਆਪਣੇ ਆਪ ਨੂੰ ਸਵਰਨ ਜਾਤੀਆਂ ਦੇ ਲੋਕ ਕਹਾਉਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ, ਜਾਤ ਜਨਮ ਨਹਿ ਪੁੱਛੀਐ, ਸੱਚ ਘਰ ਲੇਹੋ ਬਤਾਏ। ਸਾ ਜਾਤ ਸਾ ਪਤ ਹੈ, ਜੇ ਵੇਹੇ ਕਰਮ ਕਮਾਏ। ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੀ ਉਹਦੀ ਜਾਤੀ ਹੈ। ਜਨਮ ਤੋਂ ਕੋਈ ਮਾੜਾ ਨਹੀਂ, ਜਨਮ ਸਾਰਿਆਂ ਦਾ ਇੱਕੋ ਤਰੀਕੇ ਨਾਲ ਹੋਇਆ ਮਾਤਾ ਦੇ ਗਰਭ ਦੇ ਵਿੱਚੋਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੀ ਡੰਕੇ ਦੀ ਚੋਟ ਤੇ ਆਖਿਆ ਨਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ।
ਜਿਸ ਰਸਤੇ ਸੰਸਾਰ ਪੈਦਾ ਹੁੰਦਾ, ਇਹ ਬ੍ਰਾਹਮਣ ਤੂੰ ਵੀ ਉਵੇਂ ਉਸੇ ਤਰੀਕੇ ਜੰਮਿਆ। ਜੇ ਤੂੰ ਆਪਣੇ ਆਪ ਨੂੰ ਸ਼੍ਰੋਮਣੀ ਕਹਾਉਣਾ ਤੇ ਹੋਰ ਤਰੀਕੇ ਜਨਮ ਕਿਉਂ ਨਹੀਂ ਲਿਆ? ਬੋਲਤੀ ਬੰਦ ਕਰ ਦਿੱਤੀ ਸੀ। ਔਰ ਸਤਿਗੁਰੂ ਦੇ ਘਰ ਦੇ ਵਿੱਚ ਤਾਂ ਜਾਤ ਪਾਤ ਦਾ ਬਿਲਕੁਲ ਖੰਡਨ। ਕੋਈ ਵੀ ਆਵੇ, ਕਿਸੇ ਜਾਤੀ, ਕਿਸੇ ਮਜ਼ਹਬ, ਕਿਸੇ ਰੰਗ, ਕਿਸੇ ਨਸਲ, ਕਿਸੇ ਸ਼੍ਰੇਣੀ, ਕਿਸੇ ਧਰਮ ਦਾ, ਜਿਸ ਨੇ ਆ ਕੇ ਸਤਿਗੁਰੂ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉਹ ਗੁਰੂ ਕਾ ਖਾਲਸਾ ਬਣ ਗਿਆ। ਪਿਛਲੀ ਜਾਤ ਗੋਤ ਕੁਲ ਸਭ ਖਤਮ। ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੇ ਸਿੱਖ ਆਏ ਸੀ 5 ਸੀਸ ਭੇਟ ਕਰਨ, ਉਹ ਸਵਰਨ ਜਾਤੀਆਂ ਵਿੱਚੋਂ ਹੀ ਸੀ। ਸਾਰੇ ਅਲੱਗ-ਅਲੱਗ ਜਾਤੀਆਂ ਵਿੱਚੋਂ ਆਏ। ਸਤਿਗੁਰੂ ਨੇ ਸੀਸ ਕੱਟੇ, ਦੁਬਾਰਾ ਸੁਰਜੀਤ ਕੀਤੇ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਤੁਸੀਂ ਗੁਰੂ ਕੇ ਖਾਲਸੇ ਹੋ ਗਏ ਹੋ। ਸਤਿਗੁਰ ਕੈ ਜਨਮ ਹੈ ਗਵਨ ਮਿਟਾਇਆ। ਸਤਿਗੁਰ ਦੇ ਘਰ ਵਿੱਚ ਜਨਮ ਲੈ ਕੇ ਤੁਸੀਂ ਆਪਣਾ ਜਨਮ ਮਰਨ ਖਤਮ ਕਰ ਲਿਆ। ਆਹ ਰਹਿਤਾਂ ਦੇ ਉੱਤੇ ਚੱਲੋ, ਆਹ ਕਰੈਤਾਂ ਦਾ ਪਰਿਤਿਆਗ ਕਰੋ, ਤਿਆਰ ਬਰ ਤਿਆਰ ਹੋਵੋ, ਮਨੁੱਖਤਾ ਦੀ ਸੇਵਾ ਕਰੋ, ਸਾਰਿਆਂ ਦੇ ਵਿੱਚ ਸਾਂਝੀਵਾਲਤਾ ਜਾਣਨੀ, ਆਪਣੇ ਧਰਮ ਵਿੱਚ ਪਰਪੱਕ ਰਹਿਣਾ। ਦੂਜਿਆਂ ਦਾ ਆਦਰ ਸਤਿਕਾਰ ਗੁਰੂ ਕਾ ਸਿੱਖ ਕਰਦਾ ਹੈ, ਪਰ ਆਪਣੇ ਧਰਮ ਵਿੱਚ ਪਰਪੱਕ ਰਹਿੰਦਾ ਹੋਇਆ। ਇਹ ਨਹੀਂ ਕਿ ਆਪਣੇ ਧਰਮ ਦੇ ਰਹੁ ਰੀਤਾਂ ਨੂੰ ਛੱਡ ਕੇ, ਆਪਣੀ ਮਰਿਆਦਾ ਨੂੰ ਛੱਡ ਕੇ ਦੂਜਿਆਂ ਦੇ ਅੱਗੇ ਲਿਖੀ ਜਾਣਾ। ਅੱਜ ਕੱਲ੍ਹ ਐਸਾ ਵੀ ਬਹੁਤ ਪ੍ਰਚਲਿਤ ਹੈ। ਆਪਣੇ ਧਰਮ ਦਾ ਸਿਧਾਂਤ ਸਿੱਖਾਂ ਨੂੰ ਚਾਹੇ ਛੱਡਣਾ ਪੈ ਜੇ, ਆ ਦਿਖਾਵੇ ਮਾਤਰ ਇਹ ਬਹੁਤ ਕਰਦੇ ਆ ਜੀ। ਆ ਫਲਾਣੇ ਥਾਂ ਸਤਿਗੁਰੂ ਜੀ ਨੇ ਹਿੰਦੂਆਂ ਦੀ ਰੱਖਿਆ ਕੀਤੀ, ਅਸੀਂ ਆ ਮੁਸਲਮਾਨਾਂ ਨੂੰ ਵੀ ਇਹ ਕਰ ਦੇਣਾ, ਇਹਨਾਂ ਦਾ ਵੀ ਕਰ ਦੇਣਾ। ਪਰ ਖਾਲਸਾ ਜੀ, ਜਿਹੜਾ ਤੁਹਾਡੇ ਸਿਧਾਂਤ ਦੇ ਨਾਲ ਸਹਿਮਤ ਨਹੀਂ, ਗੁਰੂ ਘਰ ਦੇ ਵਿੱਚ ਤੁਸੀਂ ਉਹਨਾਂ ਦਾ ਕੋਈ ਪੂਜਾ ਪਾਠ ਇਸ ਪ੍ਰਕਾਰ ਦਾ ਉਹ ਨਹੀਂ ਕਰਵਾ ਸਕਦੇ, ਕਿਉਂਕਿ ਜਿਹੜਾ ਗੁਰੂ ਦੇ ਸਿਧਾਂਤ ਦੇ ਅਨੁਕੂਲ ਹੀ ਨਹੀਂ ਹੈ ਤੇ ਗੁਰੂ ਦੀ ਬੇਅਦਬੀ ਹੈ, ਗੁਰੂ ਦੀ ਨਰਾਦਰੀ ਹੈ। ਹਾਂ, ਗੁਰਮਤਿ ਸਿਧਾਂਤ ਦੇ ਅਨੁਕੂਲ, ਕਿਉਂਕਿ ਸੰਤ ਭਗਤ ਤਾਂ ਬਹੁਤ ਸਨ ਉਸ ਵੇਲੇ ਵੀ ਜਿਨ੍ਹਾਂ ਦਾ ਸਿਧਾਂਤ ਗੁਰੂ ਦੇ ਅਨੁਕੂਲ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰਫ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਗ੍ਹਾ ਦਿੱਤੀ ਹੈ। ਸੰਤ ਭਗਤ ਬਹੁਤ ਹੋਏ ਆ, ਇਹ ਨਹੀਂ ਸੀ ਵੀ ਹੋਰ ਭਗਤ ਨਹੀਂ ਸੀ, ਪਰ ਗੁਰਮਤਿ ਅਨੁਸਾਰ ਜਿਨ੍ਹਾਂ ਦਾ ਆਸ਼ਾ ਮਿਲਦਾ ਸੀ, ਸਿਧਾਂਤ ਮਿਲਦਾ ਸੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੇ ਬਚਨਾਂ ਨੂੰ ਜਗ੍ਹਾ ਦਿੱਤੀ। ਔਰ ਅੱਜ ਜਦੋਂ ਆਪਾਂ ਮੱਥਾ ਟੇਕਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿੱਥੇ 10 ਪਾਤਸ਼ਾਹੀਆਂ ਨੂੰ ਮਸਤਕ ਟੇਕਦੇ ਹਾਂ, ਜਿੱਥੇ ਰਾਮਾਨੰਦ ਵਰਗੇ ਬ੍ਰਾਹਮਣ ਨੂੰ ਮੱਥਾ ਟੇਕਦਾ, ਉੱਥੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਵੀ ਮੱਥਾ ਟੇਕਦਾ। ਉੱਥੇ ਭਗਵਾਨ ਵਾਲਮੀਕੀ ਦਾ ਨਾਮ ਵੀ ਆਉਂਦਾ ਹੈ, ਉੱਥੇ ਸਦਨੇ ਕਸਾਈ ਦਾ ਵੀ ਨਾਮ ਆਉਂਦਾ ਹੈ। ਸੋ ਖਾਲਸਾ ਜੀ, 15 ਭਗਤਾਂ ਦੀ ਬਾਣੀ ਕੀ ਉਹ ਸਵਰਨ ਜਾਤੀਆਂ ਵਿੱਚੋਂ ਸੀ ਸਾਰੇ? ਨਹੀਂ, ਸਤਿਗੁਰੂ ਜੀ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਆ ਕੇ ਪੜ੍ਹੇ, ਇਹ ਗੁਰਬਾਣੀ ਨੂੰ ਕੋਈ ਸੁਣੇ। ਗੁਰਬਾਣੀ ਪੜ੍ਹਨ ਦੇ ਲਈ ਸਭ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਂਝਾ ਬੁਲਾਵਾ, ਸਾਂਝਾ ਸੱਦਾ। ਪਰ ਗੁਰੂ ਘਰ ਦੇ ਵਿੱਚ ਅਨਮਤ ਜਾਂ ਮਨਮਤ ਦੋਵਾਂ ਨੂੰ ਕੋਈ ਜਗ੍ਹਾ ਨਹੀਂ ਹੈ। ਔਰ ਜਾਤ ਪਾਤ ਇਹ ਤਾਂ ਉੱਕਾ ਹੀ ਸਤਿਗੁਰੂ ਜੀ ਨੇ ਖਤਮ ਕੀਤੀ ਹੈ। ਪਰ ਅਫਸੋਸ ਦਰ ਅਫਸੋਸ ਕਿ ਅੱਜ ਜਿਸ ਗੁਰੂ ਕੇ ਸਿੱਖ ਨੂੰ ਸਤਿਗੁਰੂ ਨੇ ਜਾਤ ਪਾਤ ਦੀ ਦਲਦਲ ਦੇ ਵਿੱਚੋਂ ਕੱਢਿਆ, ਭੇਦ ਭਾਵ ਰੂਪ ਰੰਗ ਨਸਲ ਇਤਿਆਦਿਕ ਕਿਸੇ ਤਰ੍ਹਾਂ ਦਾ ਵੀ ਕਿਸੇ ਦੇ ਨਾਲ ਨਫ਼ਰਤ ਭਰਿਆ ਵਤੀਰਾ ਨਹੀਂ ਕਰਨਾ। ਅੱਜ ਸਭ ਤੋਂ ਜ਼ਿਆਦਾ ਅਸੀਂ ਗੁਰੂ ਕੇ ਸਿੱਖ ਵੀ ਕਹਾਉਂਦੇ ਹਾਂ ਤੇ ਬ੍ਰਾਹਮਣਾਂ ਦੇ ਨਾਲੋਂ ਜਾਤੀਵਾਦ ਵੀ ਸਾਡੇ ਸਿੱਖਾਂ ਵਿੱਚ ਜ਼ਿਆਦਾ ਹੈ। ਆਹ ਜੀ ਰਾਮਗੜ੍ਹੀਆਂ ਦਾ ਗੁਰਦੁਆਰਾ, ਆਹ ਰਵਿਦਾਸੀਆਂ ਦਾ ਗੁਰਦੁਆਰਾ, ਆਹ ਵਾਲਮੀਕੀਆਂ ਦਾ ਗੁਰਦੁਆਰਾ, ਆਹ ਜੱਟਾਂ ਦਾ ਗੁਰਦੁਆਰਾ, ਆਹ ਲਵਾਣਿਆਂ ਦਾ ਗੁਰਦੁਆਰਾ, ਕੀ ਕੋਈ ਗੁਰੂ ਦਾ ਵੀ ਦੁਆਰਾ ਹੈ ਕਿ ਆਪੋ ਆਪਣੀਆਂ ਜਾਤਾਂ ਦੀ ਗੁਰਦੁਆਰੇ? ਗੁਰਦੁਆਰੇ ਦਾ ਕੀ ਮਤਲਬ ਹੈ? ਗੁਰਦੁਆਰਾ, ਗੁਰੂ ਦਾ ਦਰ, ਤੇ ਗੁਰੂ ਦੇ ਦਰ ਦੇ ਉੱਤੇ ਜਾਤ ਪਾਤ ਨੂੰ ਜਗ੍ਹਾ ਹੀ ਕੋਈ ਨਹੀਂ, ਤੇ ਆਪਾਂ ਫਿਰ ਕਿਵੇਂ ਜਾਤੀਵਾਚਕ ਸ਼ਬਦ ਨਾਲ ਲਾ ਸਕਦੇ ਹਾਂ? ਇਸ ਕਰਕੇ ਭਾਈ ਹਮੇਸ਼ਾ ਗੁਰੂ ਘਰ ਸਮਝ ਕੇ ਆਦਰ ਸਤਿਕਾਰ ਕਰਨਾ ਚਾਹੀਦਾ। ਇਹ ਨਹੀਂ ਜੀ ਆਹ ਵਾਲਮੀਕੀਆਂ ਦਾ ਗੁਰਦੁਆਰਾ, ਆਹ ਰਵਿਦਾਸੀਆਂ ਦਾ, ਇੱਥੇ ਤਾਂ ਅਸੀਂ ਮੱਥਾ ਨਹੀਂ ਟੇਕਣਾ, ਇੱਥੇ ਜਾਣਾ ਨਹੀਂ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਵਿੱਚ ਇੱਕ ਰੱਬ ਦੀ ਜੋਤ ਦੇਖਣ ਲਈ ਹੁਕਮ ਕੀਤਾ ਸਿੱਖਾਂ ਤੈਨੂੰ। ਜਦੋਂ ਸਤਿਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਆ, ਉਦੋਂ ਸਾਰਿਆਂ ਸੰਤਾਂ ਭਗਤਾਂ ਗੁਰਸਿੱਖਾਂ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਜਾਂਦਾ ਹੈ। ਫਿਰ ਜੇ ਇਹ ਸੋਚ ਕੇ ਜਾਈਏ ਜੀ ਅਸੀਂ ਰਵਿਦਾਸੀਆਂ ਦੇ ਗੁਰਦੁਆਰੇ ਨਹੀਂ ਜਾਣਾ, ਵਾਲਮੀਕੀਆਂ ਦੇ ਨਹੀਂ ਜਾਣਾ, ਤਾਂ ਖਾਲਸਾ ਜੀ
ਫਿਰ ਜਦੋਂ ਆਪਾਂ ਜੇ ਜੱਟਾਂ ਦੇ ਗੁਰਦੁਆਰੇ ਕਹਿੰਦੇ ਆ, ਜੱਟਾਂ ਦਾ ਉੱਥੇ ਮੱਥਾ ਟੇਕਦੇ ਆ, ਤੇ ਉਹੀ ਸੰਤ ਭਗਤ ਉਹਨਾਂ ਜਾਤੀਆਂ ਵਿੱਚੋਂ ਉੱਚੇ ਉੱਠ ਚੁੱਕੇ ਅਵਸਥਾ ਦੇ ਕਾਰਨ ਉਹ ਤਾਂ ਉੱਥੇ ਵਿਰਾਜਮਾਨ ਹੈ। ਜੇ ਜਨਮ ਤੋਂ ਜਾਤੀ ਮੰਨਦੇ ਹੋ ਤੇ ਫਿਰ ਕੀ ਅਸੀਂ ਉਹਨਾਂ ਸੰਤਾਂ ਭਗਤਾਂ ਦੀ ਬਾਣੀ ਨੂੰ ਵਿੱਚੋਂ ਕੱਢ ਦੇਵਾਂਗੇ? ਇਹ ਜਾਤ ਪਾਤ ਦੇ ਵਿੱਚ ਵੰਡ ਕੇ ਤਾਂ ਇਹ ਇਹੋ ਜਿਹੀ ਜਿਹੜੀ ਫੋਕੀ ਕੱਟੜਤਾ ਨੇ, ਇੱਕ ਤਾਂ ਹੁੰਦਾ ਧਰਮ ਦੇ ਅਸੂਲਾਂ ਤੇ ਪਰਪੱਕ ਰਹਿਣਾ, ਉਹ ਕੱਟੜਤਾ ਪ੍ਰਵਾਨ ਹੈ, ਪਰ ਜਿਹੜੀ ਫੋਕੀ ਕੱਟੜਤਾ ਐਵੇਂ ਦਿਖਾਵੇ ਮਾਤਰ, ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਗੁਰੂ ਸਿਧਾਂਤ ਦੇ ਅਨੁਕੂਲ ਨਹੀਂ ਹੈ। ਅੱਜ ਖਾਲਸਾ ਜੀ ਸਾਰੀ ਸਿੱਖ ਕੌਮ ਹੈ ਜਿਹੜੀ, ਉਹਨੇ ਅੰਮ੍ਰਿਤਧਾਰੀ ਹੋ ਜਾਣਾ ਸੀ ਜੇ ਪਿਆਰ ਨਾਲ ਕਲਾਵੇ ਵਿੱਚ ਲਿਆ ਹੁੰਦਾ। ਇੱਥੇ ਤਾਂ ਦੁਰਕਾਰਿਆ ਸਵਰਨ ਜਾਤੀ ਕਹਾਉਣ ਵਾਲਿਆਂ ਨੇ, ਵੱਡੀ ਜਾਤੀ ਕਹਾਉਣ ਵਾਲਿਆਂ ਨੇ। ਇਸ ਕਰਕੇ ਇਹ ਵੱਖਰੇ ਵੱਖਰੇ ਗੁਰਦੁਆਰੇ ਬਣਨ ਦਾ ਕਾਰਨ ਵੀ ਇਹੀ ਬਣਿਆ। ਨਹੀਂ ਤਾਂ ਸਾਂਝਾ ਗੁਰੂ ਦਾ ਦੁਆਰਾ ਕੋਈ ਆਵੇ। ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰਨ ਲੱਗਿਆ 4 ਦਰਵਾਜ਼ੇ ਕਿਉਂ ਹੈ? ਉਹਦਾ ਮਤਲਬ ਹੈ ਚਾਹੇ ਕੋਈ ਉੱਤਰ ਤੋਂ ਆਵੇ, ਕੋਈ ਦੱਖਣ ਤੋਂ ਆਵੇ, ਕੋਈ ਪੂਰਬ ਤੋਂ ਆਵੇ, ਕੋਈ ਪੱਛਮ ਤੋਂ ਆਵੇ, ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਵੈਸ਼ ਆਵੇ, ਸਾਰਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ ਆ। ਆਹ ਨਿਸ਼ਾਨ ਸਾਹਿਬ ਗੁਰਮੁਖ ਪਿਆਰਿਓ ਇੰਨੇ ਉੱਚੇ ਉੱਚੇ ਇਹ ਸ਼ੋਭਾ ਵਾਸਤੇ ਨਹੀਂ ਗੱਡੇ ਸਿਰਫ ਵੀ ਇਹਦੇ ਨਾਲ ਪਤਾ ਲੱਗਦਾ ਗੁਰਦੁਆਰੇ ਦੀ ਨਿਸ਼ਾਨੀ ਹੈ, ਇਹਦਾ ਵੀ ਕੋਈ ਮਤਲਬ ਹੈ। ਗੁਰੂ ਕਾ ਨਿਸ਼ਾਨ ਝੂਲ ਝੂਲ ਕੇ ਕਹਿੰਦਾ ਆ ਜਾਓ, ਜਿਹੜੀ ਮਰਜ਼ੀ ਜਾਤੀ ਦਾ, ਜਿਹੜੇ ਮਰਜ਼ੀ ਧਰਮ ਦਾ, ਤੈਨੂੰ ਇੱਥੇ ਆਏ ਨੂੰ ਪ੍ਰਸ਼ਾਦਾ ਵੀ ਮਿਲੇਗਾ, ਤੇਰੇ ਤਨ ਦੀ ਖੁਰਾਕ, ਤੇ ਜੇ ਮਨ ਦੀ ਖੁਰਾਕ ਲੈਣੀ ਚਾਹੁੰਦਾ ਤੇ ਗੁਰੂ ਕਾ ਸ਼ਬਦ ਵੀ ਮਿਲੇਗਾ। ਸਾਈਂ ਬਾਬਾ ਬੁੱਲੇ ਸ਼ਾਹ ਜੀ ਇੱਕ ਵਾਰੀ ਕਹਿੰਦੇ ਉਹ ਬੜੀ ਭੁੱਖ ਲੱਗੀ, ਮੰਦਰ ਦੇ ਵਿੱਚ ਚਲੇ ਗਏ। ਜਾ ਕੇ ਪੁਜਾਰੀ ਨੂੰ ਕਹਿੰਦੇ ਪੁਜਾਰੀ ਸਾਹਿਬ ਭੁੱਖ ਬੜੀ ਲੱਗੀ ਹੈ, ਕੁਝ ਛਕਣ ਨੂੰ ਦੇ ਦਿਓ। ਹੁਣ ਉਹਨਾਂ ਦੇ ਆ ਗੁਰੂ ਕੇ ਲੰਗਰ ਵਾਲੀ ਰੀਤੀ ਨਹੀਂ ਹੈ, ਇਹ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਹੈ ਨਾ, ਜਿਹੜਾ ਸੱਚਾ ਸੌਦਾ ਕਰਕੇ 20 ਰੁਪਈਆਂ ਦਾ ਲੰਗਰ ਚਲਾ ਦਿੱਤੇ। ਆ ਰਹਿੰਦੀ ਦੁਨੀਆ ਤੱਕ ਸਤਿਗੁਰੂ ਜੀ ਦੇ ਲੰਗਰ ਵਰਤਦੇ ਰਹਿਣੇ ਹੈ। ਦੇਸ਼ਾਂ ਵਿਦੇਸ਼ਾਂ ਜਿੱਥੇ ਮਰਜ਼ੀ ਚਲੇ ਜਾਓ, ਇਹ ਗੁਰੂ ਕੇ ਲੰਗਰ ਉਸੇ ਤਰ੍ਹਾਂ ਵਰਤਦੇ ਹੈ। ਸੋ ਜਾ ਕੇ ਪੁੱਛਿਆ ਕੁਝ ਛਕਣ ਨੂੰ, ਕਹਿਣ ਲੱਗਾ ਜੀ ਮੈਂ ਤਾਂ ਹਲੇ ਆਪ ਉਡੀਕ ਕਰਦਾ ਕੋਈ ਭਗਤ ਲੈ ਕੇ ਆਵੇ। ਨਿਰਾਸ਼ ਹੋ ਕੇ ਬਾਹਰ ਆ ਗਏ। ਮਸਜਿਦ ਦੇ ਵਿੱਚ ਗਏ, ਕਾਜੀ ਸਾਹਿਬ, ਉੱਥੇ ਵੀ ਸੁੰਨ ਮਸਾਨ ਹੈ, ਇੱਥੇ ਨਹੀਂ ਬਣਦਾ ਲੰਗਰ, ਨਹੀਂ ਹੈ ਭੋਜਨ ਪ੍ਰਸ਼ਾਦਾ। ਘੁੰਮਦੇ ਘਮਾਉਂਦੇ ਬਾਕੀ ਧਰਮਾਂ ਦੇ ਸਥਾਨਾਂ ਤੇ ਗੁਰਦੁਆਰੇ ਗੁਰੂ ਘਰ ਚਲੇ ਗਏ। ਜਿਉਂ ਹੀ ਪ੍ਰਵੇਸ਼ ਹੋਏ ਤੇ ਖਾਲਸਾ ਜੀ ਉਸੇ ਵੇਲੇ ਪਹਿਰੇਦਾਰ ਸਿੰਘ ਨੇ ਆਖਿਆ ਭਾਈ ਜੇ ਭੁੱਖ ਲੱਗੀ ਹੈ, ਤਨ ਦੀ ਭੁੱਖ ਮਿਟਾਉਣੀ ਹੈ ਤਾਂ ਉਹ ਗੁਰੂ ਕਾ ਲੰਗਰ ਚੱਲ ਰਿਹਾ, ਉੱਧਰ ਜਾ ਕੇ ਪ੍ਰਸ਼ਾਦਾ ਛਕ ਲੈ। ਪ੍ਰਸ਼ਾਦਾ ਛਕਣ ਤੋਂ ਬਾਅਦ ਜੇ ਮਨ ਦੀ ਭੁੱਖ ਮਿਟਾਉਣੀ ਹੈ, ਕੀਰਤਨ ਹੋ ਰਿਹਾ, ਜੋੜੀ ਵੱਜ ਰਹੀ ਹੈ, ਵਾਜੇ ਵੱਜ ਰਹੇ ਹੈ, ਕੀਰਤਨ ਗੁਰੂ ਕੇ ਸਿੰਘ ਕਰਦੇ ਆ, ਉੱਥੇ ਬਹਿ ਕੇ ਘੜੀ ਸੁਣ ਲੈ, ਸਮਾਂ ਸਫਲਾ ਹੋ ਜਾਏਗਾ। ਜੇ ਮਨ ਵਿੱਚ ਇੱਛਾ ਹੋਈ ਸੇਵਾ ਕਰਕੇ ਹੱਥ ਪੈਰ ਸਫਲੇ ਕਰਨੇ ਆ, ਤਨ ਸਫਲਾ ਕਰਨਾ ਹੈ, ਕਹਿੰਦੇ ਉਹ ਸਾਹਮਣੇ ਇਮਾਰਤ ਉਸਾਰੀ ਹੋ ਰਹੀ ਹੈ, ਕਾਰ ਸੇਵਾ ਚੱਲ ਰਹੀ ਹੈ, ਉੱਥੇ ਜਾ ਕੇ ਸੇਵਾ ਕਰ। ਹੁਣ ਸਾਈਂ ਜੀ ਨੂੰ ਲੱਗੀ ਹੋਈ ਸੀ ਭੁੱਖ, ਪਹਿਲਾਂ ਗਏ ਗੁਰੂ ਕੇ ਲੰਗਰ ਵਿੱਚ, ਰੱਜ ਕੇ ਭੋਜਨ ਛਕਿਆ, ਐਨ ਤ੍ਰਿਪਤ ਹੋ ਕੇ ਮੁੜ ਕੇ ਦਰਬਾਰ ਸਾਹਿਬ ਆ ਕੇ ਬਹਿ ਗਏ। ਗੁਰਦਰਬਾਰ ਵਿੱਚ ਬੈਠੇ ਕੀਰਤਨ ਸੁਣਿਆ, ਬਾਹਰ ਨਿਕਲੇ, ਇਮਾਰਤ ਉਸਾਰੀ। ਉਸ ਵੇਲੇ ਬਚਨ ਉਚਾਰਨ ਕੀਤਾ, ਕਹਿੰਦੇ ਇੱਟ ਖੜੱਕਾ ਦੁੱਪੜ ਵੱਜੇ, ਨਾਲੇ ਤਪਦਾ ਚੁੱਲ੍ਹਾ, ਇੱਥੇ ਬੁੱਲੇ ਦਾ ਮੌਲਾ ਰਾਜੀ ਤੇ ਨਾਲੇ ਰਾਜੀ ਬੁੱਲਾ। ਇੱਥੇ ਕਹਿੰਦੇ ਮੇਰਾ ਰੱਬ ਵੀ ਰਾਜੀ ਹੈ ਤੇ ਬਾਬਾ ਬੁੱਲੇ ਸ਼ਾਹ ਕਹਿੰਦਾ ਮੈਂ ਵੀ ਰਾਜੀ ਹਾਂ। ਖੁਸ਼ ਹੋ ਗਏ ਉੱਥੇ ਆ ਕੇ ਪ੍ਰਸੰਨਤਾ ਵਿੱਚ। ਸੋ ਸਾਂਝੇ ਲੰਗਰ, ਸਾਂਝੇ ਸਰੋਵਰ, ਸਾਂਝਾ ਪੰਥ, ਸਾਂਝਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕਰਨ ਵਾਸਤੇ। ਪਰ ਕਿਉਂਕਿ ਇਹ ਜਾਤੀਵਾਦੀ ਸਨ, ਜਾਤੀਬੰਧ ਸੀ ਇਹਨਾਂ ਵਿੱਚ, ਬ੍ਰਾਹਮਣਾਂ ਦੇ ਵਿੱਚ, ਸੋ ਆ ਕੇ ਇਸ ਤਰੀਕੇ ਨਾਲ ਵੀ ਪੁੱਛਦੇ ਆ ਵੀ ਜਾਤੀ ਕਿਹੜੀ ਹੈ, ਔਰ ਇਹ ਵੀ ਕਿ ਇਹ ਨਵਾਂ ਭੇਖ, ਨਵੀਂ ਸਾਧੂ ਮੰਡਲੀ ਕਿਹੜੀ ਆ, ਪੁੱਛਦੇ ਆ ਮਹਾਰਾਜ ਇਹਨਾਂ ਦੀ ਜਾਤ ਕੀ ਹੈ, ਦੱਸ ਦੇਵੋ। ਇਹ ਨਵਾਂ ਭੇਖ ਹੈ, ਇਸ ਕਰਕੇ ਅਸੀਂ ਨਵਾਂ ਹੀ ਭੇਖ, ਨਵਾਂ ਪਹਿਰਾਵਾ ਦੇਖ ਕੇ ਪੁੱਛਦੇ ਹਾਂ। ਨਾ ਤਾਂ ਅਸੀਂ ਕੋਈ ਹਿੰਦੂਆਂ ਦਾ ਇਹੋ ਜਿਹਾ ਭੇਖ ਦੇਖਿਆ ਕਦੇ, ਤੇ ਨਾ ਹੀ ਕਦੇ ਤੁਰਕਾਂ ਮੁਸਲਮਾਨਾਂ ਦਾ ਦੇਖਿਆ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਸਤਿਗੁਰੂ ਕਹਿੰਦੇ ਇਹ ਹਿੰਦੂ ਵੀ ਨਹੀਂ, ਇਹ ਤੁਰਕ ਵੀ ਨਹੀਂ,
ਇਹਨਾਂ ਦੋਵਾਂ ਤੋਂ ਨਿਆਰਾ ਤੀਜਾ ਖਾਲਸਾ ਪੈਦਾ ਹੋਇਆ ਹੈ। ਹਿੰਦੂ ਤੁਰਕ ਦੋਨ ਤੇ ਨਿਆਰੂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਸਤਿਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਖਾਲਸਾ ਹੈ ਔਰ ਇਹ ਹਿੰਦੂ ਤੁਰਕ ਦੋਹਾਂ ਤੋਂ ਨਿਆਰਾ ਹੈ। ਸ੍ਰੀ ਅਕਾਲ ਕੈ ਦਾਸ ਵਿਚਾਰੋ। ਇਹਨਾਂ ਨੂੰ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਜਾਣੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਖਾਲਸਾ ਆਪ ਪੈਦਾ ਕਰਕੇ ਆਪ ਪ੍ਰਗਟ ਕਰਕੇ ਖੰਡੇ ਦੀ ਧਾਰ ਵਿੱਚੋਂ ਫਿਰ ਵੀ ਇਹ ਨਹੀਂ ਆਖਿਆ ਇਹ ਮੇਰੇ ਚੇਲੇ ਹੈ, ਆਖਿਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ, ਅਕਾਲ ਪੁਰਖ ਵਾਹਿਗੁਰੂ ਦਾ ਖਾਲਸਾ ਹੈ। ਅੱਜ ਦਾ ਕੋਈ ਸਾਧ ਹੁੰਦਾ ਆ 10 ਬੰਦੇ ਕੋਲੇ ਬੈਠੇ ਹੁਣ ਜਾ ਕੇ ਪੁੱਛ ਲਓ ਬਾਬਾ ਜੀ ਆਹ ਕੌਣ ਹੈ, ਇਹ ਆਪਣੇ ਚੇਲੇ ਹੈ, ਕਹੂਗਾ ਆਪਣੇ ਚੇਲੇ ਹੈ। ਗੁਰੂ ਕਾ ਹੋਵੇ ਅੰਮ੍ਰਿਤਧਾਰੀ ਸਿੰਘ ਤੇ ਉਹਨਾਂ ਨੂੰ ਕੋਈ ਕਹੇ ਆਪਣੇ ਚੇਲੇ, ਉਹ ਜ਼ੁਬਾਨ ਸੜ ਕਿਉਂ ਨਹੀਂ ਜਾਂਦੀ। ਗੁਰੂ ਕੇ ਸਿੰਘਾਂ ਦਾ ਗੁਰੂ ਕੇ ਸਿੰਘ ਜਾਣ ਕੇ ਸਤਿਕਾਰ ਕਰਨਾ। ਆਪਸ ਵਿੱਚ ਅਸੀਂ ਸਾਰੇ ਭਰਾ ਭਰਾ ਹਾਂ, ਠੀਕ ਹੈ, ਮਾਣ ਸਤਿਕਾਰ ਪਦਵੀ ਇਹ ਆਪਣੀ ਜਗ੍ਹਾ ਤੇ ਹੈ। ਜਦੋਂ ਕੋਈ ਸਟੇਜ ਦੇ ਉੱਤੇ ਬੈਠਾ ਗੁਰੂ ਕੀ ਬਾਣੀ ਦਾ ਉਪਦੇਸ਼ ਕਰ ਰਿਹਾ ਉਸ ਵੇਲੇ ਸਤਿਕਾਰ, ਵੱਡੇ ਜਾਣ ਕੇ ਸਤਿਕਾਰ ਦੇ ਨਾਲ ਗੁਰੂ ਕੇ ਬਚਨ ਸਮਝ ਕੇ ਉਹਨਾਂ ਬਚਨਾਂ ਨੂੰ ਮੰਨਣਾ। ਪਰ ਜਦੋਂ ਆ ਮੰਚ ਦੇ ਉੱਤੋਂ ਹੇਠਾਂ ਉਤਰ ਕੇ ਜਾਂਦੇ ਆ ਨਾ, ਉਦੋਂ ਗੁਰਮੁਖੋ ਸਾਰੇ ਭਰਾ ਭਰਾ, ਸਾਰੇ ਆਪਸ ਵਿੱਚ ਗੁਰੂ ਕੇ ਸਿੱਖ ਭਰਾ ਭਰਾ। ਉਦੋਂ ਕੋਈ ਵੱਡਾ ਛੋਟਾ ਨਹੀਂ, ਕੋਈ ਵੱਡਾ ਸੰਤ ਨਹੀਂ, ਕੋਈ ਉਸ ਵੇਲੇ ਕੋਈ ਵੱਡਾ ਬ੍ਰਹਮ ਗਿਆਨੀ ਨਹੀਂ, ਗੁਰੂ ਕੇ ਸਿੰਘ ਆਪਾਂ ਸਾਰੇ। ਇਸ ਕਰਕੇ ਜੇ ਕੋਈ ਪ੍ਰਚਾਰਕ ਹੈ ਉਹ ਵੀ ਸਾਰਿਆਂ ਦਾ ਭਰਾ, ਜੇ ਕੋਈ ਰਾਗੀ ਹੈ ਉਹ ਵੀ ਸਾਰਿਆਂ ਦਾ ਭਰਾ, ਕੋਈ ਢਾਡੀ ਹੈ ਉਹ ਵੀ ਸਾਰਿਆਂ ਦਾ ਭਰਾ। ਸਟੇਜ ਦੇ ਉੱਤੇ ਸਤਿਕਾਰ ਵੱਖਰਾ ਹੈ ਕਿਉਂਕਿ ਉਸ ਵੇਲੇ ਗੁਰੂ ਦੀ ਗੱਲ ਸੁਣਾਈ ਜਾ ਰਹੀ ਹੈ। ਆਮ ਜਨ ਜੀਵਨ ਦੇ ਵਿੱਚ ਵਿਚਰਦਿਆਂ ਸਾਰਿਆਂ ਨੂੰ ਬਰਾਬਰਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਖਾਲਸਾ ਹੈ। ਬੀਜ ਮਾਤਰ ਅਬ ਰੂਪ ਦਿਖਾਵਾ। ਸਤਿਗੁਰੂ ਜੀ ਕਹਿੰਦੇ ਬੀਜ ਮਾਤਰ ਹੀ, ਭਾਵ ਥੋੜਾ ਜਿਹਾ ਖਾਲਸੇ ਨੇ ਹਾਲੇ ਰੂਪ ਦਿਖਾਇਆ ਹੈ। ਆਦ ਤੁਰਕਨ ਠਾਨੈ ਸ਼ਤਸ਼ਾਵਾ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਖਾਲਸਾ ਬਹੁ ਗਿਣਤੀ ਵਿੱਚ ਹੋ ਜਾਵੇਗਾ, ਵੱਧਦਾ ਜਾਵੇਗਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਉਸ ਵੇਲੇ ਤੁਰਕਾਂ ਨੂੰ ਖਤਮ ਕਰ ਦੇਵੇਗਾ ਤੇ ਆ ਧਰਤੀ ਦੇ ਰਾਜੇ ਇਹ ਹੋਣਗੇ। ਸਭ ਪਰ ਬਲੀ ਵੀਰ ਪਰ ਮੰਕਾ। ਔਰ ਸਾਰਿਆਂ ਦੇ ਉੱਤੇ ਬਲੀ, ਸਾਰਿਆਂ ਦੇ ਉੱਤੇ ਜ਼ੋਰ ਪਾਉਣ ਵਾਲਾ ਬਹਾਦਰ ਬੰਕਾ ਵੀਰ ਇਹ ਖਾਲਸਾ ਹੋਵੇਗਾ। ਆਜਿਦ ਧਾਰੀ ਜਪੈ ਤੰਕਾਈ। ਔਰ ਸ਼ਸਤਰ ਧਾਰੀ ਗੁਰੂ ਕਾ ਇਹ ਖਾਲਸਾ ਵੈਰੀਆਂ ਦੇ ਮਨ ਦੇ ਵਿੱਚ ਆਤੰਕ ਭੈ ਪੈਦਾ ਕਰੇਗਾ। ਸੁਨ ਪਰ ਸਰਬ ਲੋਕ ਬਿਸਮਾਈ। ਸੁਣ ਕੇ ਸਾਰੇ ਲੋਕ ਪੁਸ਼ਕਰ ਦੇ ਨਿਵਾਸੀ ਬ੍ਰਾਹਮਣ ਪੰਡਤ ਬਾਣੀਏ ਵਪਾਰੀ ਜਿੰਨੇ ਆਏ ਸੀ ਬੜੇ ਅਚਰਜ ਹੋਏ ਗੁਰ ਸਮਰਥ ਇਹ ਨਯੋ ਪਾਈ। ਕਿ ਗੁਰੂ ਸਮਰੱਥ ਹੈ, ਇਹਨਾਂ ਨੇ ਇਹ ਨਵਾਂ ਹੀ ਖਾਲਸਾ ਪੈਦਾ ਕਰ ਦਿੱਤਾ ਹੈ। ਸੋ ਸਮੇਂ ਦੀ ਸੰਪੂਰਨਤਾ, ਬਾਕੀ ਰਹਿੰਦਾ ਪ੍ਰਸੰਗ ਸਤਿਗੁਰੂ ਜੀ ਕਿਰਪਾ ਕਰਨ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਾਪਤੀ ਦੇ ਵਿੱਚ ਸ਼ਾਮਲ ਹੋਈਏ ਜੀ। ਸੁਨ ਕਰ ਸਰਬ ਲੋਕ ਬਿਸਮਾਈ। ਗੁਰ ਸਮਰਥ ਇਹ ਨਯੋ ਉਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।